ਅਮਰੀਕਾ ਨੇ ਕੈਨੇਡਾ ਨੂੰ ਅੱਗੇ ਕੀਤਾ। ਮੈਂ ਇਹ ਮੰਨਦਾ, ਜਿਹੜੇ ਲੋਕ ਕਹਿੰਦੇ ਨੇ ਵੀ ਕੈਨੇਡਾ ਨੇ ਇਹ ਗੱਲ ਕਿ ਮੇਰਾ ਇਹ ਮੰਨਣਾ ਵੀ ਕਿਤੇ ਨਾ ਕਿਤੇ ਅਮਰੀਕਾ ਦੀ ਸ਼ਹਿ ਤੇ ਕੈਨੇਡਾ ਨੇ ਕਿਹਾ। ਐਜ਼ ਫਾਰ ਐਜ਼ ਕੈਨੇਡਾ ਇਜ਼ ਕੰਸਰਨਡ, ਇੰਟਰਨੈਸ਼ਨਲ ਪੋਲਿਟਿਕਸ 'ਚ ਕੈਨੇਡਾ ਦੀ ਕੀ ਹਸੀਅਤ ਹੈ? ਨਾ ਤਾਂ ਕੈਨੇਡਾ ਵਰਲਡ ਪਾਵਰ ਹੈ, ਨਾ ਕੈਨੇਡਾ ਦੀ ਕੋਈ ਹੈਸੀਅਤ ਹੈ, ਨਾ ਕੈਨੇਡਾ ਏਜੰਟ ਸੈਟਰ ਹੈ। ਕੈਨੇਡਾ ਦੀ ਆਪਣੀ ਕੋਈ ਪਹਿਚਾਣ ਨਹੀਂ। ਅਮਰੀਕਾ ਦੀ ਤਾਂ ਫਿਰ ਚਲੋ ਪਹਿਚਾਣ ਹੈ ਵੀ ਅਮਰੀਕਾ ਖਾਸ ਕਰਕੇ 9/11 ਤੋਂ ਬਾਅਦ ਤਾਂ ਅਮਰੀਕਾ 'ਚ ਬਹਿਸ ਹੀ ਛਿੜ ਪਈ ਵੀ ਹੂ ਆਰ ਵੀ, ਅਸੀਂ ਕੌਣ ਹੈ, ਸਾਡੀ ਪਹਿਚਾਣ ਕਿਆ ਆ। ਤੇ ਇਸ ਕਰਕੇ ਅਮਰੀਕਾ ਤਾਂ ਫਿਰ ਪਹਿਚਾਣ ਟਟੋਲ ਰਿਹਾ, ਔਰ ਪਹਿਚਾਣ ਥੋੜ੍ਹੀ ਬਹੁਤ ਬਣ ਵੀ ਰਹੀ ਹੈ। ਲੇਕਿਨ ਕੈਨੇਡਾ ਦੀ ਕਿਆ ਪਹਿਚਾਣ ਹੈ? ਡਿਪਲੋਮੇਸੀ ਵਿੱਚ ਅੱਜ ਤੱਕ ਮੈਂ ਸਮਝਦਾ ਦੁਨੀਆ ਦੀ ਡਿਪਲੋਮੇਸੀ ਪਹਿਲਾ ਕੇਸ ਆ ਵੀ ਪ੍ਰਾਈਮ ਮਿਨਿਸਟਰ ਪਾਰਲੀਮੈਂਟ 'ਚ ਇਹ ਕਹਿ ਰਿਹਾ, ਔਰ ਇਹ ਨਹੀਂ ਕਹਿ ਰਿਹਾ ਵੀ ਸਾਡੇ ਕੋਲ ਸਬੂਤ ਹੈ, ਉਹ ਕਹਿ ਰਿਹਾ ਵੀ ਐਲੀਗੇਸ਼ਨਸ ਹੈ, ਰਿਲਾਇਬਲ ਐਲੀਗੇਸ਼ਨ। ਭਾਈ ਕੋਈ SHO ਐਲੀਗੇਸ਼ਨ ਦੇ ਨਾਂ ਤੇ ਕਿਸ ਤੇ ਕੇਸ ਨਹੀਂ ਕਰਦਾ, ਉਹ ਵੀ ਇਨਵੈਸਟੀਗੇਸ਼ਨ ਕਰਦਾ ਵੀ ਜੇ ਪ੍ਰੂਫ ਮਿਲ ਜਾਵੇ ਫਿਰ ਜਾ ਕੇ ਅਰੈਸਟ ਕਰਦਾ। ਔਰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਰਿਲਾਇਬਲ ਐਲੀਗੇਸ਼ਨਸ ਹੈ, ਕਿਉਂਕਿ ਹਜੇ ਤੱਕ ਜਿਹੜਾ ਆਤੰਕਵਾਦ ਦਾ ਸਾਰਾ ਝਗੜਾ ਹੈ ਉਹ ਇਹਨਾਂ ਵਿੱਚ ਆਪਸ ਵਿੱਚ ਕ੍ਰਿਸਚੀਅਨਸ ਔਰ ਇਸਲਾਮਿਸਟ ਕੰਟਰੀ ਵਿੱਚ ਹੀ ਹੈ। ਜੇ ਤੁਸੀਂ ਅੱਜ ਹਿੰਦੂ ਨੂੰ ਪੇਂਟ ਕਰ ਦੋਗੇ ਵੀ ਹਿੰਦੂ ਵੀ ਮਿਲੀਟੈਂਟ ਹੈ, ਤਾਂ ਫਿਰ ਤੁਸੀਂ ਇੱਕ ਕਿਸਮ ਦਾ ਜੋ ਰਸ਼ੀਆ ਨਾਲ ਕੀਤਾ ਉਹੀ ਇੰਡੀਆ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ। ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਔਰ ਸਿਸਟੇਮੈਟਿਕਲੀ ਅਮਰੀਕਾ ਕੈਨੇਡਾ ਦੀਆਂ ਯੂਨੀਵਰਸਿਟੀਆਂ 'ਚ PhDਆਂ ਕਰਵਾਈਆਂ ਜਾ ਰਹੀਆਂ ਇਹਨਾਂ ਵਿਸ਼ਿਆਂ 'ਤੇ ਵੀ ਜਿਹੜਾ ਹਿੰਦੂ ਕਲਚਰ ਹੈ ਜਾਂ ਹਿੰਦੂ ਇਥੋਸ ਹੈ ਜਿਹੜਾ ਉਹ ਐਂਟੀ ਹਿਊਮਨ ਹੈ ਔਰ ਉਹ ਮਾਨਵਤਾ ਦੇ ਖਿਲਾਫ ਹੈ, ਔਰ ਬੇਸਿਕ ਹਿੰਦੂ ਥਾਟ ਜਿਹੜਾ ਹੈ ਉਹ ਗਰੀਬਾਂ ਨੂੰ ਦਬਾਉਂਦਾ ਹੈ। ਇੱਕ ਦੇਸ਼ ਦੂਸਰੇ ਦੇਸ਼ ਦੇ ਕਿਸੇ ਸਿਟੀਜ਼ਨ ਨੂੰ ਮਾਰੇ, ਦਿਸ ਇਜ਼ ਟੋਟਲੀ ਇਲੀਗਲ, ਇਹ ਨਹੀਂ ਹੋਣਾ ਚਾਹੀਦਾ। ਅੱਛਾ, ਲੇਕਿਨ ਹੋਇਆ ਨਹੀਂ, ਐਲੀਗੇਸ਼ਨ ਪ੍ਰਾਈਮ ਮਿਨਿਸਟਰ ਲਗਾਵੇ, ਬਹਿਸ ਤਾਂ ਸ਼ੁਰੂ ਹੋ ਗਈ ਨਾ ਜੀ। ਅੱਛਾ, ਦੂਸਰਾ ਇਹਦੇ ਨਾਲ ਫਿਰ ਕੌਣ ਮਾਰ ਰਿਹਾ? ਇੰਡੀਆ ਮਾਰ ਰਿਹਾ। ਇੰਡੀਆ ਕੌਣ? ਇੰਡੀਆ ਤੇ ਕਿਨ ਅੱਜ ਕੱਲ੍ਹ ਇੰਡੀਆ ਦਾ ਹਿੰਦੂ ਨੇ ਕਬਜ਼ਾ ਕਰ ਲਿਆ। BJP ਜਿਹੜੀ ਹੈ ਹਿੰਦੂ ਓਰੀਐਂਟਡ ਪਾਰਟੀ ਹੈ ਜੀ, ਔਰ ਹਿੰਦੂ ਫੋਰਸਿਸ ਦਾ ਇੰਡੀਆ ਤੇ ਕਬਜ਼ਾ ਹੋ ਗਿਆ, ਔਰ ਹਿੰਦੂ ਫੋਰਸਿਸ ਇਹ ਕਰ ਰਹੀਆਂ। ਇਹ ਬਹੁਤ ਵੱਡੀ ਇੱਕ ਰਣਨੀਤੀ ਦਾ ਹਿੱਸਾ ਹੈ, ਔਰ ਜਿਹੜਾ ਕੈਨੇਡਾ ਨੇ ਕੀਤਾ ਵੀ ਇੰਡੀਆ ਨੂੰ ਪ੍ਰਿਕ ਕਰੀਏ। ਜਦੋਂ ਟਰੂਡੋ ਦਾ ਬਿਆਨ ਆਉਂਦਾ ਸੰਸਦ ਦੇ ਵਿੱਚ, ਦੇਖੋ ਉਹਨਾਂ ਦੇ ਲੋਕ ਮੰਨਣ, ਉਹਨਾਂ ਦਾ ਪ੍ਰਧਾਨ ਮੰਤਰੀ, ਪਰ ਭਾਰਤ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਉਹਨਾਂ ਸਿਰਫ ਇੱਕ ਟਰੂਡੋ ਦੇ ਬਿਆਨ ਦਾ ਹਵਾਲਾ ਦੇ ਕੇ ਇਹਨਾਂ ਨੇ ਪੰਜਾਬ ਦੇ ਵਿੱਚ ਇੰਟਰਵਿਊਜ਼ ਦਿੱਤੀਆਂ, ਗੱਲਾਂ ਕੀਤੀਆਂ ਸੋਸ਼ਲ ਮੀਡੀਆ ਤੇ ਆ ਕੇ। ਭਾਈ ਜੇ ਟਰੂਡੋ ਸਾਹਿਬ ਨੇ ਬਿਆਨ ਦੇ ਦਿੱਤਾ ਸੰਸਦ ਦੇ ਵਿੱਚ, ਤੇ ਇਹ ਬਹੁਤ ਵੱਡੀ ਗੱਲ ਆ, ਛੋਟੀ ਗੱਲ ਨਹੀਂ ਹੈ। ਇਹਦੇ ਉੱਤੇ ਭਾਰਤ ਸਰਕਾਰ ਨੇ ਜੇ ਕੁਝ ਕੀਤਾ, ਇਹ ਨਹੀਂ ਵੀ ਅਸੀਂ ਭਾਰਤ ਸਰਕਾਰ ਨੂੰ ਕਹਿ ਰਹੇ ਮਦਦ ਕਰੋ, ਜੇ ਭਾਰਤ ਸਰਕਾਰ ਨੇ ਕੁਝ ਕੀਤਾ ਤੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ। ਜਿਹੜੇ 61 ਬੰਦੇ ਸੀਗੇ ਇੱਥੇ, ਜਿਨ੍ਹਾਂ ਚੋਂ ਮੇਰੇ ਖਿਆਲ 'ਚ ਹੁਣ 40 ਬੰਦੇ ਭਾਰਤ ਸਰਕਾਰ ਨੇ ਕੱਢੇ ਜੀ, ਉਹਨਾਂ 40 ਤੇ ਇਹੀ ਐਲੀਗੇਸ਼ਨ ਹੈ ਵੀ ਪੰਜਾਬ 'ਚ ਕੁਝ ਬੰਦਿਆਂ ਨੂੰ ਮਤਲਬ ਭੜਕਾ ਰਹੇ ਆ। ਔਰ ਪੰਜਾਬ 'ਚ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਇੱਕ ਬੰਦਾ ਤਾਂ ਓਪਨਲੀ ਕਹਿ ਰਿਹਾ ਵੀ ਜਦ ਮੈਂ ਚਿੱਠੀ ਦੇ ਦਿੰਦਾ ਤਾਂ ਕੈਨੇਡਾ ਗੌਰਮੈਂਟ ਤੁਰੰਤ ਵੀਜ਼ਾ ਦੇ ਦਿੰਦੀ ਹੈ। ਉਸ ਬੰਦੇ ਦਾ ਕੈਨੇਡਾ ਦੀ ਗੌਰਮੈਂਟ ਨੇ ਕਿਆ ਲਾਇਸੈਂਸ? ਨਮਸਕਾਰ, ਮੈਂ ਨਵੀਨ ਕੁਮਾਰ। ਭਾਰਤ ਨੂੰ ਬਹੁਤ ਸਾਰੀਆਂ ਐਸੀਆਂ ਵਿਦੇਸ਼ੀ ਤਾਕਤਾਂ ਨੇ ਜੋ ਸਮੇਂ-ਸਮੇਂ ਦੇ ਉੱਪਰ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਭਾਰਤ ਦਾ ਅਕਸ ਪੂਰੇ ਵਿਸ਼ਵ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਉਹ ਅਸੀਂ ਸਮੇਂ-ਸਮੇਂ ਤੇ ਦੇਖਦੇ ਆ ਰਹੇ ਹਾਂ, ਔਰ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਕੈਨੇਡਾ ਸਰਕਾਰ ਦੇ ਵੱਲੋਂ ਭਾਰਤ ਦੇ ਉੱਪਰ ਦੋਸ਼ ਲਗਾਏ ਗਏ। ਹਾਲਾਂਕਿ ਉਹਨਾਂ ਦੋਸ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਅੱਜ ਤੱਕ ਕੈਨੇਡਾ ਤੋਂ ਉਹਦੇ ਲਈ ਇੱਕ ਵੀ ਜਵਾਬ ਜਿਹੜਾ ਨਹੀਂ ਦਿੱਤਾ ਜਾ ਸਕਿਆ। ਹਾਲਾਂਕਿ ਭਾਰਤ ਸਰਕਾਰ ਹੁਣ ਬਾਰ-ਬਾਰ ਇਸ ਦੇ ਉੱਤੇ ਕਹਿ ਰਹੀ ਹੈ ਕਿ ਸਾਨੂੰ ਤੁਸੀਂ ਕੋਈ ਸਬੂਤ ਤੇ ਦਿਖਾਓ ਕਿ ਭਾਰਤ ਦੇ ਉੱਤੇ ਜਿਹੜੇ ਤੁਸੀਂ ਦੋਸ਼ ਲਗਾਏ ਸੀ ਉਹਦੇ ਵਿੱਚ ਕੀ ਸੱਚਾਈ ਹੈ, ਕੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਪਰ ਕੈਨੇਡਾ ਦੇ ਵੱਲੋਂ ਅਜੇ ਤੱਕ ਕੋਈ ਵੀ ਐਸਾ ਸਬੂਤ ਨਹੀਂ ਦਿਖਾਇਆ ਗਿਆ ਜਿਹਦੇ ਉੱਤੇ ਭਾਰਤ ਉਹਨਾਂ ਦੀ ਮਦਦ ਕਰ ਸਕੇ। ਪਰ ਬਾਰ-ਬਾਰ ਭਾਰਤ ਦੇ ਉੱਪਰ ਇਹ ਵਿਦੇਸ਼ੀ ਤਾਕਤਾਂ ਕਿਉਂ ਹਮਲੇ ਕਰਦੀਆਂ ਨੇ? ਕੀ ਕਾਰਨ ਹੈ ਕਿ ਭਾਰਤ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇੱਕ ਪਾਸੇ ਸਾਡੇ G20 ਸਮਿਟ ਦੇ ਵਿੱਚ ਆ ਕੇ ਉਹ ਦੇਸ਼ ਭਾਰਤ ਦੇ ਨਾਲ ਹੱਥ ਮਿਲਾਉਂਦੇ ਨੇ, ਭਾਰਤ ਨੂੰ ਆਸ਼ਵਾਸਨ ਦਿੰਦੇ ਨੇ ਕਿ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਖੜੇ ਹਾਂ। ਪਰ ਐਸਾ ਕੀ ਹੋ ਜਾਂਦਾ ਥੋੜੀ ਦੇਰ ਬਾਅਦ ਕਿ ਭਾਰਤ ਤੋਂ ਉਹ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਨੇ ਭਾਰਤ ਦੇ ਉੱਪਰ। ਕਿਹੜੀਆਂ ਐਸੀਆਂ ਤਾਕਤਾਂ ਨੇ ਜਿਹੜੀਆਂ ਉਹਨਾਂ ਨੂੰ ਬਾਅਦ ਦੇ ਵਿੱਚ ਫੋਰਸ ਕਰਦੀਆਂ ਨੇ ਕਿ ਤੁਸੀਂ ਭਾਰਤ ਦਾ ਅਕਸ ਖਰਾਬ ਕਰੋ? ਸੋ ਇਸ ਸਾਰੀ ਗੱਲਬਾਤ ਤੇ ਚਰਚਾ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਹਿਮਾਚਲ ਪ੍ਰਦੇਸ਼ ਸੈਂਟਰਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਕੁਲਦੀਪ ਚੰਦ ਅਗਨੀਹੋਤਰੀ ਜੀ। ਅਗਨੀਹੋਤਰੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਜੀ, ਬਹੁਤ-ਬਹੁਤ ਧੰਨਵਾਦ। ਪਹਿਲਾਂ ਤਾਂ ਬਹੁਤ ਹੀ ਤੁਹਾਡਾ ਧੰਨਵਾਦ ਕਿ ਤੁਸੀਂ ਆਪਣੇ ਬਿਜੀ ਸ਼ਡਿਊਲ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ।
ਕਿਉਂਕਿ ਬਹੁਤ ਸਾਰੇ ਐਸੇ ਸਰੋਤੇ ਸੀ, ਐਸੇ ਦਰਸ਼ਕ ਸੀ ਜਿਨ੍ਹਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੈ ਕਿ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਦੇਸ਼ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਸੋ ਸਾਨੂੰ ਲੱਗਦਾ ਸੀ ਕਿ ਤੁਹਾਡੇ ਤੋਂ ਵਧੀਆ ਇਸ ਦੇ ਉੱਪਰ ਕੋਈ ਵਿਸ਼ਲੇਸ਼ਣ ਨਹੀਂ ਦੇ ਸਕਦਾ, ਤਾਂ ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਸਰ, ਕੀ ਕਾਰਨ ਹੈ ਕਿ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਇਹ ਕਦੋਂ ਤੋਂ ਸ਼ੁਰੂ ਹੋ ਗਿਆ, ਕਦੋਂ ਤੋਂ ਕੀਤਾ ਜਾ ਰਿਹਾ ਹੈ? ਦੇਖੋ ਨਵੀਨ ਜੀ, ਇੱਕ ਬੜਾ ਅੱਛਾ ਪ੍ਰਸ਼ਨ ਤੁਸੀਂ ਕੀਤਾ। ਦੋ ਗੱਲਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ। ਲਗਭਗ ਅੱਜ ਤੋਂ 100 ਸਾਲ ਜਾਂ 70-75 ਸਾਲ ਪਹਿਲਾਂ ਦੁਨੀਆ ਦੇ ਬਹੁਤ ਬੜੇ ਹਿੱਸੇ 'ਤੇ ਯੂਰੋਪੀਅਨ ਤਾਕਤਾਂ ਦਾ ਕਬਜ਼ਾ ਸੀਗਾ। ਜਾਂ ਫਰਾਂਸ ਵਾਲਿਆਂ ਦਾ ਕਬਜ਼ਾ ਸੀਗਾ, ਜਾਂ ਇੰਗਲੈਂਡ ਵਾਲਿਆਂ ਦਾ ਕਬਜ਼ਾ ਸੀਗਾ, ਔਰ ਕੁਝ ਜਗ੍ਹਾ 'ਤੇ ਪੁਰਤਗਾਲੀਆਂ ਦਾ ਕਬਜ਼ਾ ਸੀਗਾ। ਔਰ ਜਿਹੜੇ ਨਵੇਂ ਦਵੀਪ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀਗਾ ਵੀ ਇੱਥੇ ਬਹੁਤ ਘੱਟ ਲੋਕ ਵੱਸਦੇ ਨੇ, ਜਿਸ ਤਰੀਕੇ ਨਾਲ ਨਾਰਥ ਅਮਰੀਕਾ, ਸੈਂਟਰਲ ਅਮਰੀਕਾ, ਸਾਊਥ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਦੀ ਜਿਹੜੀ ਮੂਲ ਵਸੋਂ ਸੀਗੀ ਉਹ ਬਹੁਤ ਘੱਟ ਸੀਗੀ। ਇਸੇ ਦੌਰਾਨ ਲਗਭਗ ਪਿਛਲੇ 400 ਸਾਲ ਦੇ ਦੌਰਾਨ ਇਹਨਾਂ 5 ਦਵੀਪਾਂ ਵਿੱਚ ਹੀ ਯੂਰੋਪ ਨੇ ਕਬਜ਼ਾ ਕਰ ਲਿਆ। ਅਮਰੀਕਾ ਜਿਹਦੀ ਅਸੀਂ ਗੱਲ ਕਰਦੇ, ਅਮਰੀਕਾ ਮਤਲਬ ਮੈਂ ਪੂਰੇ ਅਮਰੀਕਾ ਮਹਾਦੀਪ ਦੀ ਗੱਲ ਕਰਦਾ, ਜਿਹਦੇ 'ਚ ਨਾਰਥ ਅਮਰੀਕਾ ਵਿੱਚ USA ਔਰ ਕੈਨੇਡਾ ਆ ਜਾਂਦਾ। ਨਾਰਥ ਅਮਰੀਕਾ ਵਿੱਚ ਜਿਹੜੇ ਮੂਲ ਲੋਕ ਰਹਿੰਦੇ ਸੀਗੇ ਉਹਨਾਂ ਨੂੰ ਰੈੱਡ ਇੰਡੀਅਨ ਕਿਹਾ ਜਾਂਦਾ, ਜਾਂ ਹੁਣ ਰੈੱਡ ਇੰਡੀਅਨ ਨਹੀਂ ਕਹਿੰਦੇ, ਹੁਣ ਉਹਨਾਂ ਨੂੰ ਸਿੰਪਲ ਇੰਡੀਅਨ ਹੀ ਕਹਿੰਦੇ ਆ। ਔਰ ਹਿਸਟਰੀ 'ਚ ਆਉਂਦਾ ਉਹ ਇੰਡੀਅਨ ਲਗਭਗ 15-20 ਹਜ਼ਾਰ ਸਾਲ ਪਹਿਲਾਂ ਏਸ਼ੀਆ ਖਿੱਤੇ ਵਿੱਚੋਂ, ਜਿਹਨੂੰ ਉਹਨਾਂ ਦਿਨਾਂ ਵਿੱਚ ਜੰਬੂ ਦੀਪ ਕਿਹਾ ਜਾਂਦਾ ਸੀਗਾ, ਏਸ਼ੀਆ ਖਿੱਤੇ ਵਿੱਚੋਂ ਸਾਈਬੇਰੀਆ ਦੇ ਰਸਤੇ ਚੱਲ ਕੇ ਉਹ ਨਾਰਥ ਅਮਰੀਕਾ ਪਹੁੰਚੇ ਸੀਗੇ। ਔਰ ਜਿਹੜੇ ਯੂਰੋਪ ਦੇ ਲੋਕਾਂ ਨੇ ਜਾਣਾ ਸ਼ੁਰੂ ਕੀਤਾ, ਇਹ ਲਗਭਗ ਜਿਨ੍ਹਾਂ ਦਿਨਾਂ ਵਿੱਚ ਬਾਬਾ ਨਾਨਕ ਦਾ ਮਤਲਬ ਸ਼ੁਰੂ ਹੋਇਆ ਯੁੱਗ ਪੰਜਾਬ ਵਿੱਚ ਜਾਂ ਹਿੰਦੁਸਤਾਨ ਵਿੱਚ, ਉਹਨਾਂ ਦਿਨਾਂ ਵਿੱਚ ਹੀ, ਲਗਭਗ ਉਹਨਾਂ ਦਿਨਾਂ ਵਿੱਚ ਹੀ ਯੂਰੋਪ ਦੇ ਲੋਕਾਂ ਨੇ ਅਮਰੀਕਾ ਵਿੱਚ, ਨਾਰਥ ਅਮਰੀਕਾ 'ਚ ਜਾਣਾ ਸ਼ੁਰੂ ਕੀਤਾ। ਔਰ ਉਹਨਾਂ ਨੇ ਉੱਥੇ ਦੇ ਮੂਲ ਜਿਹੜੇ ਰੈੱਡ ਇੰਡੀਅਨ ਜਿਹਨਾਂ ਨੂੰ ਮੈਂ ਕਿਹਾ, ਜਾਂ ਇੰਡੀਅਨ ਕਹਿ ਲਓ, ਉਹਨਾਂ ਨੂੰ ਮਾਰਿਆ ਔਰ ਬਹੁਤ ਬਿਮਾਰੀਆਂ ਲਾਤੀਆਂ, ਔਰ ਜਾਣਬੁੱਝ ਕੇ ਸਿਸਟਮੈਟਿਕਲੀ ਐਲੀਮੀਨੇਟ ਕੀਤਾ, ਔਰ ਇੱਕ ਕਿਸਮ ਨਾਲ ਉਸ ਖਿੱਤੇ 'ਤੇ ਕਬਜ਼ਾ ਕਰ ਲਿਆ। ਇਸੇ ਤਰੀਕੇ ਨਾਲ ਆਸਟ੍ਰੇਲੀਆ ਔਰ ਨਿਊਜ਼ੀਲੈਂਡ 'ਚ। ਲੇਕਿਨ ਬਦਕਿਸਮਤੀ ਯੂਰੋਪ ਦੀ ਇਹ ਕਹਿਣੀ ਚਾਹੀਦੀ ਬਈ ਇੰਡੀਆ 'ਚ ਜਿਸ ਵੇਲੇ ਅੰਗਰੇਜ਼ਾਂ ਨੂੰ ਜਾਣਾ ਪੈ ਗਿਆ, ਉਹ ਤੋਂ ਤੁਰੰਤ ਬਾਅਦ ਹੀ ਅਫਰੀਕਾ ਦੇ, ਏਸ਼ੀਆ ਦੇ ਬਹੁਤ ਸਾਰੇ ਦੇਸ਼ ਜਿਹੜੇ ਸੀਗੇ ਉਹ ਯੂਰੋਪੀਅਨ ਤਾਕਤਾਂ ਤੋਂ ਆਜ਼ਾਦ ਹੋ ਗਏ। ਇੱਕ ਕਿਸਮ ਦਾ ਕਹਿਣਾ ਚਾਹੀਦਾ ਵੀ ਯੂਰੋਪ ਦਾ ਸੂਰਜ ਜਿਹੜਾ ਸੀਗਾ ਉਹ ਡੁੱਬਣ ਲੱਗ ਪਿਆ, ਔਰ ਏਸ਼ੀਆ ਦਾ ਸੂਰਜ ਜਿਹੜਾ ਸੀਗਾ ਉਹ ਚੜ੍ਹਨ ਲੱਗ ਪਿਆ। ਇਹਨੂੰ ਇਸ ਢੰਗ ਨਾਲ ਜੇ ਅਸੀਂ ਕਹੀਏ, ਏਸ਼ੀਆ ਔਰ ਅਫਰੀਕਾ ਦਾ ਇਕੱਠਾ ਵੀ ਕਹਿ ਸਕਦੇ, ਕਿਉਂਕਿ ਏਸ਼ੀਆ ਔਰ ਅਫਰੀਕਾ ਦੀ ਆਪਸ ਵਿੱਚ ਏਕਤਾ ਹੈ। ਔਰ ਏਸ਼ੀਆ ਦਾ 2 ਮੇਨ ਜਿਹੜੀਆਂ ਪਾਵਰ ਸੈਂਟਰਸ ਹੈ ਏਸ਼ੀਆ ਵਿੱਚ, ਇੱਕ ਚੀਨ ਹੈ, ਇੱਕ ਹਿੰਦੁਸਤਾਨ ਹੈ। ਔਰ ਚੀਨ ਦਾ ਵੀ ਜਿਨ੍ਹਾਂ ਦਿਨਾਂ ਵਿੱਚ ਹਿੰਦੁਸਤਾਨ ਆਜ਼ਾਦ ਹੋਇਆ, ਉਹਨਾਂ ਦਿਨਾਂ ਵਿੱਚ ਚੀਨ ਵਿੱਚ ਸਿਵਲ ਵਾਰ ਚੱਲੀ ਹੋ ਸੀਗੀ। ਔਰ ਲੈਫਟਿਸਟ ਫੋਰਸਿਸ ਨੇ ਮਾਓ ਦੀ ਸਰਪ੍ਰਸਤੀ ਵਿੱਚ ਉੱਥੇ ਦੀ ਗੌਰਮੈਂਟ ਦੇ ਖਿਲਾਫ ਸਿਵਲ ਵਾਰ ਸਟਾਰਟ ਕੀਤੀ ਹੋ ਸੀਗੀ। ਔਰ 49 'ਚ ਉਹ ਸਿਵਲ ਵਾਰ ਕਾਮਯਾਬ ਹੋ ਗਈ, ਔਰ ਲੈਫਟਿਸਟ ਫੋਰਸ ਨੇ ਚੀਨ 'ਚ ਕਬਜ਼ਾ ਕਰ ਲਿਆ। ਔਰ ਇਹ ਚੀਨ ਦੀ ਬਦਕਿਸਮਤੀ ਕਹੀ ਜਾਵੇ ਜਾਂ ਏਸ਼ੀਆ ਦੀ ਬਦਕਿਸਮਤੀ, ਲੈਫਟਿਸਟ ਫੋਰਸ ਨੇ ਸਭ ਤੋਂ ਪਹਿਲਾਂ ਚੀਨ ਦੇ ਕਲਚਰ ਨੂੰ ਡਿਸਓਨ ਕੀਤਾ। ਚੀਨ ਵਿੱਚ ਮੋਟੇ ਤੌਰ 'ਤੇ ਭਗਵਾਨ ਬੁੱਧ ਦੇ ਜਿਹੜੇ ਬਚਨ ਸੀਗੇ ਉਹੀ ਉੱਥੇ ਦੇ ਕਲਚਰਲ ਰੂਟਸ ਨੂੰ ਤੈਅ ਕਰਦੇ ਸੀਗੇ। ਉਹ ਮਤਲਬ ਚੀਨ ਦੇ ਕਲਚਰ ਦੀ ਰੀੜ੍ਹ ਦੀ ਹੱਡੀ ਜਿਹੜੀ ਸੀਗੀ ਉਹ ਭਗਵਾਨ ਬੁੱਧ ਦੇ ਬਚਨ ਸੀਗੇ। ਔਰ ਉਸ ਦੇਸ਼ ਨੇ ਸਭ ਤੋਂ ਪਹਿਲਾਂ ਉਹਨੂੰ ਓਫੀਸ਼ੀਅਲੀ ਰਿਜੈਕਟ ਕੀਤਾ। ਔਰ ਹਿੰਦੁਸਤਾਨ ਵਿੱਚ ਥੋੜ੍ਹਾ ਕ੍ਰਾਈਸਿਸ ਮੰਨਣਾ ਚਾਹੀਦਾ। ਹਿੰਦੁਸਤਾਨ 'ਚ 2 ਕਿਸਮ ਦੀਆਂ ਫੋਰਸਿਸ ਸੀਗੀਆਂ। ਇੱਕ ਫੋਰਸਿਸ ਉਹ ਸੀਗੀਆਂ ਜਿਹੜੀਆਂ ਓਫੀਸ਼ਲੀ ਇੰਡੀਆ ਦੇ ਕਲਚਰ ਨੂੰ ਰਿਜੈਕਟ ਕਰ ਰਹੀਆਂ ਸੀਗੀਆਂ। ਉਹਨਾਂ ਦਾ ਇਹ ਕਹਿਣਾ ਸੀਗਾ ਵੀ ਦੁਨੀਆ ਬਹੁਤ ਅੱਗੇ ਨਿਕਲ ਗਈ, ਯੂਰੋਪ ਦਾ ਜਿਹੜਾ ਕਲਚਰ ਹੈ, ਯੂਰੋਪ ਦਾ ਜਿਹੜਾ ਵਿਗਿਆਨ ਹੈ, ਯੂਰੋਪ ਦੀ ਜਿਹੜੀਆਂ ਵੈਲਿਊਜ਼ ਹੈ ਉਹ ਰੈਲੇਵੈਂਟ ਹੈ, ਇਸ ਕਰਕੇ ਸਾਨੂੰ ਉਹਨਾਂ ਨੂੰ ਅੱਗੇ ਲੈ ਕੇ ਤੁਰਨਾ ਚਾਹੀਦਾ। ਦੂਸਰਾ ਗਰੁੱਪ ਇਹ ਸੀਗਾ ਜਿਹੜਾ ਕਹਿੰਦਾ ਸੀਗਾ ਵੀ ਇਹ ਕਲੋਨੀਅਲਿਸਟ ਮਾਈਂਡ ਦੀਆਂ ਤਾਕਤਾਂ, ਸਾਮਰਾਜਵਾਦੀ ਤਾਕਤਾਂ, ਇਹਨਾਂ ਦੇ ਕਲਚਰ ਤੋਂ ਪਿੱਛਾ ਛੁਡਾ ਕੇ ਸਾਨੂੰ ਇੰਡੀਆ ਦੇ ਕਲਚਰ ਨਾਲ ਜੁੜ ਕੇ ਅੱਗੇ ਵਧਣਾ ਚਾਹੀਦਾ। ਅੱਗੇ ਮੈਂ ਨਹੀਂ ਕਹਿੰਦਾ ਉੱਥੇ ਖੜੌਤ ਕਰਨੀ ਚਾਹੀਦੀ, ਅੱਗੇ ਵਧਣਾ ਚਾਹੀਦਾ। ਔਰ ਜਿਨ੍ਹਾਂ ਦਿਨਾਂ ਵਿੱਚ ਏਸ਼ੀਆ ਵਿੱਚ ਇਹ ਕਲੈਸ਼ ਚੱਲ ਰਿਹਾ ਸੀਗਾ ਇੰਡੀਆ ਜਾਂ ਚੀਨ ਵਿੱਚ, ਉਹਨਾਂ ਦਿਨਾਂ ਵਿੱਚ ਹੀ ਯੂਰੋਪ ਵਿੱਚ ਇੱਕ ਨਵਾਂ ਕਲੈਸ਼ ਸ਼ੁਰੂ ਹੋਇਆ ਇਸਲਾਮ ਔਰ ਕ੍ਰਿਸਚੈਨਿਟੀ ਨੂੰ ਲੈ ਕੇ, ਔਰ ਜਿਹਨੂੰ ਕਲੈਸ਼ ਆਫ ਸਿਵਲਾਈਜੇਸ਼ਨ ਕਿਹਾ ਜਾਂਦਾ। ਉਹ ਕਲੈਸ਼ 9/11 ਤੋਂ ਬਾਅਦ ਬਹੁਤ ਸ਼ਾਰਪ ਹੋ ਗਿਆ। ਜਿਸ ਵੇਲੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ 'ਚ
आतंकवादी ने हमला कर दिता तो शार्प हो गया। सैमुअल हैमिल्टन की किताब भी आई क्लैश ऑफ सिविलाइजेशन, उन्होंने कहा भी आने वाले टाइम में ये क्लैश यूरोप में वधूगा। मैं जिस वे यूरोप की गल करदा उस वे अमेरिका आस्ट्रेलिया न्यूजीलैंड को भी बिच लेना चाहिए, क्योंकि कल्चर के लिहाज नाल एक ही है, समझ ठीक है ना जी। लेकिन इंडिया का जिहड़ा कल्चर है वो कित्थे स्टैंड करदा? यूरोप और अमेरिका ये मन के चलदा सीगा भी इंडिया का कल्चर डिकलाइन ते है, इंडिया की पहचान ही डिकलाइन ते है, क्योंकि इंडिया गौरमेंट खुद ही उन्होंने रिजैक्ट कर रही है, उन्होंने रिएक्शनरी मन रही है, पिछां खिंचू मन रही है। इस करके जिस वेले गौरमेंट खुद ही रिजैक्ट करन लग पवे तो सानू इंतजार करना चाहिए। 100-200 साल से डिकलाइन कर जाऊगा और सारी दुनिया जिहड़ी हैगी है वो इस्लाम और क्रिश्चियनिटी च वंडी जाऊगी, और क्लैश ऑफ सिविलाइजेशन है उहदे च देखो किहड़ा जित प्राप्त करदा। लेकिन बदकिस्मती अमेरिका की कहनी चाहिए या यूरोप की, इंडिया के लोगों ने ट्रेंड चेंज कर दिता। 2014 तो बाद जिस वेले इंडिया में सरकार बदल गई, और सिर्फ सरकार नहीं बदली, पिछले 30-40 सालों तो इंडिया में साझा फ्रंट दी सरकारां सीगियां सेंटर में। अमेरिका नूं जां जिहड़ियां अपने आप नूं मतलब ताकतां समझदियां भी असीं दुनिया की पॉलिटिक्स में मेन फैक्टर हैं, उन्हां नूं सब तो ज़्यादा सरकार उही रास आंदी इंडिया की जिहड़ी साझा फ्रंट की सरकार होवे, जिन्हों कहना चाहिए भी 10-15-20 पार्टियां रल के सरकार चलाण, और क्योंकि वो सरकार कोई पॉलिसी इदां दी अडॉप्ट नहीं कर सकती जिहड़ियां वड्डियां ताकतां नूं नाराज़ कर सके। लेकिन यूरोप की या अमेरिका की बदकिस्मती, खास करके नॉर्थ अमेरिका की बदकिस्मती, बई हिंदुस्तान च सरकार स्थाई सरकार भी आ गई, पूरे बहुमत की सरकार आ गई, और सरकार वो आ गई जिन इंडियन कल्चर नूं ओन करके अगे बढ़न की कोशिश की। मैं ओन करके अगे बढ़न की बार बार इस करके कह रहा भी बहुत सारे लोग ये समझते भी जे असीं इंडियन कल्चर नूं ओन किया तो इसका मतलब असीं पिछां खिंचू हो गए। ओन करन दा मतलब ये हुंदा तुसीं अपनी विरासत नूं नाल लैके अगे नूं चलदे जी। सनातन यात्रा का यही अर्थ भी तुसीं कंटीन्यूअसली यात्रा करदे जी। गुरबाणी च स्पष्ट एक जगह आंदा, बाबा दीआं कहानियां पुत सपुत करन। ਜਿਹੜੇ संतान अपने बजुर्गों दियां, अपनी विरासत दियां, अपनी परंपरा की कहानियां नूं लैके अगे चलदी, वो पुत सपुत बन जाते हैं। जिहड़ा देश अपनी परंपरा नूं लैके अगे चलदा वो तरक्की कर जाता। और जिस वेले इंडिया ने भी अपने कल्चर नूं ओन करना शुरू कर दिता, फिर बहुत सारे देशों नूं जिहड़े देश मनते भी असीं दुनिया की पॉलिटिक्स नूं कंट्रोल करते हैं या कम से कम असीं एजेंडा सैट करते हैं, उन्होंने लगा भी ये तो एक नवीं स्थिति बन गई। और सब तो वड्डी गल जिहड़ा चाइना, उन्होंने भी लगा बई जिस वेले कोल्ड वार खत्म हो गई, रशिया और अमेरिका की जिहड़ी लड़ाई सी इन्ने चिरां तो वो खत्म हो गई, कम से कम रशिया कोलैप्स कर गया। हुण नवीं सिचुएशन डिवेलप हो रही है, नवीं पावर डिवेलप हो रही हैं, तो चीन नूं लगदा सीगा भी असीं इस जिहड़ा वैक्यूम है असीं इहनूं भरांगे और चीन वर्सेज अमेरिका खड़ा हो सकता है। लेकिन फिर चीन नूं लगन लगा भी हिंदुस्तान भी उस रास्ते तुरिया वा, और हिंदुस्तान भी विश्व गुरु बनने की गल करन लग पिया। तो हिंदुस्तान नूं एक पासे तो चीन नूं लगा भी हिंदुस्तान नूं रोकना चाहिए, दूसरे पासे अमेरिका नूं लगा भी रोकना चाहिए। जब मैं अमेरिका कहना, फिर टू बी वेरी क्लीयर, अमेरिका यूरोप नूं भी कल्चर के लिहाज न किसी तरीके नाल रिप्रजेंट कर रहा, अमेरिका नूं भी लगा किस तरीके नाल रोकना चाहिए। फिर रोकिया किद्दां जावे? फिर कोई तरीका हो सकता भी इंडिया नूं जगह जगह तो प्रिक किया जाए। तो जे प्रिक किया जाए तो इंडिया अपनियां इंटरनल समस्या च घिरिया रहूगा, तो उस घिरन करके इंडिया जिहड़ा है वो दुनिया की पॉलिटिक्स में एजेंडा सैटर नहीं बन सकता, फॉलोअर बन सकता। क्योंकि हुण तक असीं वर्ल्ड पॉलिटिक्स से वी वर फॉलोअर्स। ये ठीक है, पंडित जवाहर लाल नेहरू ने बहुत लंबा चिर बहम रहा भी जिहड़ा मैं तीसरा ब्लॉक बनाया, जिन्हों असीं न्यूट्रल ब्लॉक कह सकते हैं, नॉन अलाइंड ब्लॉक कह सकते हैं, ही वॉज अंडर इंप्रैशन भी नॉन अलाइंड ब्लॉक जिहड़ा है वो न्यूट्रल है। लेकिन पॉलिटिक्स से लोग यही मनते थे नॉन अलाइंड ब्लॉक जिहड़ा है इनडायरैक्टली रशिया ब्लॉक नाल जुड़िया हुआ। तो इस करके जिस वेले वो खत्म होया काम, हुण अमेरिका नूं लगदा बई इंडिया सचमुच अगे बढ़न की कोशिश कर रहा है, तो फिर इंडिया को रोकना चाहिए। रोकिया किद्दां जावे? एक कल्चरल लड़ाई भी है और पावर की लड़ाई भी है। रोकिया किद्दां जावे? दो ही तरीके हो सकते। जे इंडिया का कल्चरल जिहड़ा है उहदे ते अटैक किया जाए, वो मेरे ख्याल से अजकल पंजाब च तो बहुत ज़्यादा सख्त हो रहा। क्रिश्चियन मिशनरीज पिंडां च जाके लोगों को कन्वर्ट कर रही हैं। कन्वर्ट करने का मतलब है तुसीं उन्हां नूं उहदे रूट्स तो कट रहे हैं। और पावर नाल किद्दां कीता जावे? बड़े देश नूं प्रिक किया जाए। देखो इंडिया की जो असीं गल करते नवीन जी, एक गल ध्यान रखनी चाहिए,
ਜਦ ਅਸੀਂ ਬਾਕੀ ਦੇਸ਼ਾਂ ਦੀ ਗੱਲ ਕਰਦੇ ਨਾ, ਚਾਹੇ 20 ਦੇਸ਼ਾਂ ਦਾ ਨਾਂ ਲਓ, ਜਰਮਨੀ ਹੈ, ਫਰਾਂਸ ਹੈ ਜੀ, ਰਮਾਨੀਆ, ਉਹ ਸਾਰੇ ਦੇਸ਼ ਤੁਹਾਡੇ ਹਿੰਦੁਸਤਾਨ ਦੇ ਜ਼ਿਲ੍ਹਿਆਂ ਦੇ ਬਰਾਬਰ ਹੈ। ਜੀ ਜਦ ਅਸੀਂ ਇੰਡੀਆ ਦੀ ਗੱਲ ਕਰਦੇ, ਇੰਡੀਆ ਮਤਲਬ ਅੱਧੀ ਦੁਨੀਆ ਆ। ਇਸ ਕਰਕੇ ਇੰਡੀਆ ਇਜ਼ ਨਾਟ ਏ ਸਿੰਪਲ ਨੇਸ਼ਨ ਵੀ ਜਿੱਦਾਂ ਬਾਕੀ ਦੇਸ਼ ਹੈ। ਇੰਡੀਆ ਇੱਕ ਪੂਰੀ ਅੱਧੀ ਦੁਨੀਆ ਹੈ। ਇੰਡੀਆ ਨੇ ਜਿਸ ਵੇਲੇ ਨਵਾਂ ਰਸਤਾ ਫੜ ਲਿਆ ਆਪਣੇ ਕਲਚਰ ਨੂੰ ਓਨ ਕਰਕੇ, ਤਾਂ ਫਿਰ ਦੁਨੀਆ ਨੂੰ ਟੈਨਸ਼ਨ ਹੋਣੀ ਸੀਗੀ। ਔਰ ਅਮਰੀਕਾ ਨੂੰ ਟੈਨਸ਼ਨ ਇਸ ਕਰਕੇ ਬਈ ਇੱਕ ਨया ਕਲਚਰਲ ਰੈਵੋਲੂਸ਼ਨ ਵੀ ਆ ਰਿਹਾ, ਔਰ ਹੋ ਸਕਦਾ ਜਿਸ ਵੇਲੇ ਕਲਚਰਲ ਰੈਵੋਲੂਸ਼ਨ ਆਵੇ ਤਾਂ ਉਹ ਯੂਰਪ ਵਿੱਚ ਵੀ ਆਪਣਾ ਸਪੇਸ ਬਣਾਵੇ। ਕਿਉਂਕਿ ਅੱਜ ਇਹ ਧਿਆਨ ਰੱਖਣਾ ਚਾਹੀਦਾ, ਯੂਰਪ ਵਿੱਚ ਖਾਸ ਕਰਕੇ ਨਾਰਥ ਅਮਰੀਕਾ 'ਚ ਕ੍ਰਿਸਚੈਨਿਟੀ ਡਿਕਲਾਈਨ 'ਤੇ ਆ। ਯੰਗ ਜਨਰੇਸ਼ਨ ਜਿਹੜੀ ਹੈ ਉਹ ਕ੍ਰਿਸਚੈਨਿਟੀ ਤੋਂ ਦੂਰ ਹੁੰਦੀ ਜਾ ਰਹੀ। ਉਹਦਾ ਕਾਰਨ ਬਈ ਜਿਹੜਾ ਨਵਾਂ ਯੁੱਗ ਹੈ ਉਹ ਤਰਕ ਦਾ ਯੁੱਗ ਹੈ, ਆਰਗੂਮੈਂਟ ਦਾ ਯੁੱਗ ਹੈ। ਔਰ ਕ੍ਰਿਸਚੈਨਿਟੀ ਖੜੌਤ ਨੂੰ ਰਿਪਰੈਜ਼ੈਂਟ ਕਰਦੀ ਹੈ। ਕ੍ਰਿਸਚੈਨਿਟੀ ਅੱਜ ਤੋਂ 2000 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਉਹਨਾਂ 'ਚ ਫੁੱਲ ਸਟਾਪ ਕੌਮਾ ਤੱਕ ਚੇਂਜ ਕਰਨ ਨੂੰ ਤਿਆਰ ਨਹੀਂ। ਜਿਹੜਾ 2000 ਸਾਲ ਪਹਿਲਾਂ ਜਾ ਕੇ ਖੜ੍ਹ ਜਾਵੇ ਉਹਦੇ ਨਾਲ ਅੱਜ ਦਾ ਨੌਜਵਾਨ ਕਿੱਦਾਂ ਤੁਰੂਗਾ। ਇਸ ਕਰਕੇ ਅਮਰੀਕਾ 'ਚ ਚਰਚ ਡਿਕਲਾਈਨ 'ਤੇ ਹੈ, ਕ੍ਰਿਸਚੈਨਿਟੀ ਡਿਕਲਾਈਨ 'ਤੇ ਹੈ। ਇਸ ਕਰਕੇ ਅਮਰੀਕਾ ਦੀ ਵੀ ਚਿੰਤਾ ਬਾਈ ਕਿ ਇੱਕ ਨਵਾਂ ਕਲਚਰ ਜਿਹੜਾ ਆ ਰਿਹਾ, ਸਨਾਤਨ ਕਲਚਰ ਔਰ ਪੁਰਾਣਾ ਕਲਚਰ। ਔਰ ਦੂਸਰੀ ਗੱਲ, ਇਸ ਕਲਚਰ ਦੇ ਰੂਟਸ ਅਮਰੀਕਾ ਦੇ ਜਿਹੜੇ ਇੰਡੀਅਨ ਆ, ਜਿਹਨਾਂ ਮੈਂ ਰੈੱਡ ਇੰਡੀਅਨ ਕਹਿ ਰਿਹਾ, ਉਹਨਾਂ 'ਚ ਵੀ ਮਿਲਦੇ। ਬਹੁਤ ਸਾਂਝ ਇੰਡੀਅਨਸ ਦੇ ਕਲਚਰ ਦੀ ਔਰ ਸਾਡੀ ਸਾਂਝ ਮਿਲਦੀ ਆ। ਉਹਨਾਂ ਨੂੰ ਲੱਗਦਾ ਵੀ ਕਿਤੇ ਦੋਏ ਜੁੜ ਗਏ ਤਾਂ ਫਿਰ ਤਾਂ ਗੜਬੜ ਹੋ ਜਾਊਗੀ। ਇਸ ਕਰਕੇ ਇੰਡੀਆ ਨੂੰ ਪ੍ਰਿਕ ਕਰਨਾ ਚਾਹੀਦਾ, ਕਲਚਰ ਦੇ ਲਿਹਾਜ਼ ਨਾਲ ਵੀ ਔਰ ਪਾਵਰ ਦੇ ਲਿਹਾਜ਼ ਨਾਲ ਵੀ। ਜਿਹੜਾ ਤੁਸੀਂ ਪੁੱਛਿਆ ਨਾ ਵੀ ਦੁਨੀਆ ਦੀਆਂ ਤਾਕਤਾਂ ਇੰਡੀਆ ਦੇ ਖਿਲਾਫ ਕਿਉਂ ਖੜੀਆਂ, ਉਹਦਾ ਮੁੱਖ ਕਾਰਨ ਇਹੀ ਆ, ਇੰਡੀਆ ਨਵੇਂ ਯੁੱਗ ਵਿੱਚ ਏਜੰਡਾ ਸੈਟਰ ਬਣਨ ਦੀ ਕੋਸ਼ਿਸ਼ ਕਰ ਰਿਹਾ ਔਰ ਇੰਡੀਆ ਫੋਲੋਅਰ ਬਣਨ ਤੋਂ ਇਨਕਾਰ ਕਰ ਰਿਹਾ। ਇਸ ਕਰਕੇ ਇੰਡੀਆ ਦੇ ਖਿਲਾਫ ਹੈ। ਦੂਸਰਾ, ਇੰਡੀਆ ਆਪਣੇ ਕਲਚਰ ਨੂੰ ਓਨ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ। ਇਸ ਕਰਕੇ ਪਾਵਰ ਇੰਡੀਆ ਦੇ ਖਿਲਾਫ ਹੈ। ਕਲਚਰ ਨੂੰ ਓਨ ਕਰਨਾ, ਜਦੋਂ ਤੁਸੀਂ ਓਨ ਕਰਨਾ ਕਹਿ ਰਹੇ ਹੋ, ਤੇ ਇੱਕ ਭਾਰਤੀ ਹੋਣ ਦੇ ਨਾਤੇ ਮੇਰੇ ਦਿਮਾਗ ਦੇ ਵਿੱਚ ਵੀ ਇਹ ਸਵਾਲ ਖੜਾ ਹੋ ਰਿਹਾ, ਕਿਉਂਕਿ ਮੈਂ ਵੀ ਉਸ ਜਨਰੇਸ਼ਨ ਦੇ ਵਿੱਚੋਂ ਆ ਰਿਹਾ ਜਦੋਂ ਹੁਣ ਤੁਸੀਂ ਓਨ ਦੀ ਗੱਲ ਕਰ ਰਹੇ ਆ। ਕੀ ਇਸ ਤੋਂ ਪਹਿਲਾਂ ਸਾਡਾ ਕਲਚਰ ਆਫ ਸੀ ਜਾਂ ਫਿਰ ਉਹਨੂੰ ਓਨ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ? ਦੇਖੋ, ਓਨ ਕਰਨ ਦਾ ਮਤਲਬ ਆਪਣੇ ਨਵੀਨ ਦੋ ਤਰੀਕੇ ਨਾਲ ਹੈ। ਤੁਹਾਡੇ ਬਜ਼ੁਰਗ ਹੈ ਜੀ, ਉਹਨਾਂ ਦੇ ਬਜ਼ੁਰਗ ਹੈ, ਉਹਨਾਂ ਦੇ ਬਜ਼ੁਰਗ ਹੈ। ਓਨ ਕਰਨ ਦਾ ਮਤਲਬ ਤੁਸੀਂ ਸਵੀਕਾਰ ਕਰਦੇ ਵੀ ਮੇਰੇ ਬਜ਼ੁਰਗ ਹੈ। ਜੇ ਤੁਸੀਂ ਉਹਨਾਂ ਡਿਸਓਨ ਕਰਦੇ ਹੋ ਵੀ ਮੇਰੇ ਨਹੀਂ ਹੈ, ਫਿਰ ਗੱਲ ਖਤਮ ਹੋ ਗਈ। ਜਿਹੜੀ ਮੈਂ ਗੱਲ ਕਰ ਰਿਹਾ ਵੀ ਪੰਜਾਬ 'ਚ ਜਿਹੜਾ ਮਿਸ਼ਨਰੀਜ਼ ਕਨਵਰਜਨ ਕਰ ਰਹੀਆਂ, ਬਈ ਅੱਜ ਜਿਹੜਾ ਬੰਦਾ ਉਹ ਓਨ ਕਰ ਰਿਹਾ ਬਈ ਅਸੀਂ ਬਾਬਾ ਨਾਨਕ ਦੀ ਸੰਤਾਨ 'ਚੋਂ ਹਾਂ, ਅਸੀਂ ਰਾਮ ਦੀ ਸੰਤਾਨ 'ਚੋਂ ਹਾਂ, ਸਾਡੀ ਕਨੈਕਟੀਵਿਟੀ ਇਸ ਮਤਲਬ ਯਾਤਰਾ ਨਾਲ ਜੁੜਦੀ ਆ। ਜਿਸ ਵੇਲੇ ਤੁਸੀਂ ਉਹਨਾਂ ਨੂੰ ਕਨਵਰਟ ਕਰ ਲਿਆ, ਡਿਸਕੰਟੀਨਿਊਟੀ ਹੋ ਗਈ ਵੀ ਹੁਣ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਰਿਹਾ, ਅਸੀਂ ਇਹਨਾਂ ਨੂੰ ਡਿਸਓਨ ਕਰ ਦਿੱਤਾ। ਡਿਸਓਨ ਇੰਡੀਆ ਨੇ ਆਪਣੇ ਕਲਚਰ ਨੂੰ ਡਿਸਓਨ ਕੀਤਾ। ਇੰਡੀਆ ਗੌਰਮੈਂਟ ਨੇ ਆਜ਼ਾਦੀ ਤੋਂ ਬਾਅਦ ਇਹ ਕਲੇਮ ਕੀਤਾ ਵੀ ਜਿਹੜਾ ਸਾਡਾ ਕਲਚਰ ਹੈ ਇਹ ਤਾਂ ਪਿਛਾਂਹ ਖਿੱਚੂਗਾ, ਇਹ ਤਾਂ ਪਿੱਛੇ ਨੂੰ ਖਿੱਚ ਰਿਹਾ। ਦੁਨੀਆ ਅੱਗੇ ਨੂੰ ਜਾ ਰਹੀ ਹੈ, ਦੁਨੀਆ ਚੰਦਰਮਾ 'ਤੇ ਜਾ ਰਹੀ ਹੈ, ਅਸੀਂ ਕਿਹੜੀਆਂ ਗੱਲਾਂ ਕਰ ਰਹੇ ਹਾਂ। ਦੇਖੋ, ਯਾਤਰਾ ਦਾ ਅਰਥ ਸਮਝਣਾ ਚਾਹੀਦਾ। ਯਾਤਰਾ ਸਦਾ ਕੰਟੀਨਿਊਟੀ ਚੱਲਦੀ ਹੈ। ਯਾਤਰਾ ਦਾ ਮਤਲਬ ਇਹ ਨਹੀਂ ਹੁੰਦਾ ਵੀ 2000 ਸਾਲ ਦਾ ਬੋਝ ਵੀ ਅਸੀਂ ਪਿੱਛੇ ਲੱਦਿਆ ਵਾ। ਯਾਤਰਾ ਦਾ ਮਤਲਬ ਇਹ ਹੁੰਦਾ ਵੀ ਕੰਟੀਨਿਊਟੀ ਵੀ ਹੈ ਔਰ ਬੋਝ ਵੀ ਨਹੀਂ ਹੈ। ਇਹ ਦਿਸ ਇਜ਼ ਕਰੂਸ਼ੀਅਲ ਥਿੰਗ। ਕੰਟੀਨਿਊਟੀ ਵੀ ਹੈ, ਬੋਝ ਵੀ ਨਹੀਂ ਹੈ। ਜਿੱਦਾਂ ਮੰਨ ਲਓ ਮੈਂ ਇੱਕ ਉਦਾਹਰਨ ਦਿੰਦਾ, ਤੁਸੀਂ ਝੋਲਾ ਲਿਆ ਵਾ ਔਰ ਯਾਤਰਾ 'ਤੇ ਨਿਕਲੇ ਹੋਏ, ਰਸਤੇ ਤੁਹਾਨੂੰ ਅੰਬ ਮਿਲਿਆ, ਤੁਸੀਂ ਅੰਬ ਚੱਕ ਕੇ ਵਿੱਚ ਸਿੱਟ ਲਿਆ। ਅੱਗੇ ਗਏ ਬੇਰ ਮਿਲੇ, ਤੁਸੀਂ ਉਹ ਝੋਲੇ 'ਚ ਪਾ ਲਏ। ਜੇ ਤੁਹਾਨੂੰ ਕਹੋ ਵੀ ਬਾਈ ਜੇ ਬੇਰ ਪਾਣੀ ਤੋਂ ਪਹਿਲਾਂ ਅੰਬ ਸਿੱਟੋ, ਫਿਰ ਹੋ ਗਿਆ ਡਿਸਓਨ ਕਰਨਾ ਵੀ ਮੈਂ ਪਹਿਲਾ ਖਿੱਤਾ ਡਿਸਓਨ ਕਰ ਦਿੱਤਾ। ਜੇ ਕਹਿੰਦੇ ਠੀਕ ਹੈ ਅੰਬ ਵੀ ਪਿਆ, ਬੇਰ ਵੀ ਪਾ ਲਓ, 20 ਕਿਲੋਮੀਟਰ ਅੱਗੇ ਚੱਲੇ ਵੀ ਹੁਣ ਅੰਬ ਦੀ ਜ਼ਰੂਰਤ ਨਹੀਂ ਹੈ, ਅੰਬ ਰੱਖ ਦਿੱਤਾ, ਲੇਕਿਨ ਉਹਦੇ ਨਾਸ਼ਪਾਤੀਆਂ ਅੱਗੇ ਮਿਲ ਗਈਆਂ। ਅੰਬ ਜਿਹੜਾ ਤੁਸੀਂ ਖਤਮ ਹੋਇਆ ਉਹ ਹੁਣ ਤੁਹਾਡੀ ਯਾਤਰਾ ਦਾ ਹਿੱਸਾ ਹੈ ਵੀ, ਲੇਕਿਨ ਬੋਝ ਵੀ ਨਹੀਂ ਹੈ ਕਿਉਂਕਿ ਅੰਬ ਝੋਲੇ 'ਚੋਂ ਨਿਕਲ ਗਿਆ। ਸਨਾਤਨ ਯਾਤਰਾ ਦਾ ਮਤਲਬ ਇਹ ਹੁੰਦਾ, ਜਿੱਦਾਂ ਇੱਕ ਹੋਰ ਮੈਂ ਉਦਾਹਰਨ ਦਿੰਦਾ, ਕੋਈ ਅੱਜ ਤੁਹਾਨੂੰ ਪੁੱਛੇ ਅੱਜ ਤੁਹਾਡੀ ਉਮਰ ਮੰਨ ਲਓ 30 ਸਾਲ ਹੈ, ਬਈ ਆਪਣੇ ਨਵੀਨ ਜੀ ਤੁਹਾਡਾ ਬਚਪਨ ਹੀ ਹਜੇ, ਤੁਸੀਂ ਕਹਿੰਦੇ ਭਾਈ ਸਾਹਿਬ ਬਚਪਨ ਤਾਂ ਨਹੀਂ ਹੈ, ਬਚਪਨ ਤਾਂ ਖਤਮ ਹੋਏ ਨੂੰ ਇੰਨਾ ਚਿਰ ਹੋ ਗਿਆ। ਫਿਰ ਉਹ ਪੁੱਛੇ ਉਹ ਹੁਣ ਜਿਹੜੇ 20 ਸਾਲ ਸੀਗੇ ਉਹ ਤੁਹਾਡੇ ਵਿੱਚੋਂ ਨਿਕਲ ਗਏ, ਤੁਸੀਂ ਕਹਿੰਦੇ ਭਾਈ ਸਾਹਿਬ ਨਿਕਲੇ ਥੋੜ੍ਹਾ, ਅੱਜ ਮੇਰੀ ਉਮਰ 30 ਸਾਲ ਤੋਂ 10 ਸਾਲ ਵੀ ਵਿੱਚ ਹੀ ਆ। ਫਿਰ ਅਗਲਾ ਪੁੱਛਦਾ ਨਾਲੇ ਤੁਸੀਂ ਕਹੀ ਜਾਂਦੇ ਬਚਪਨ ਹੁਣ ਹੈ ਨਹੀਂ, ਬਈ ਬਚਪਨ ਹੁਣ ਹੈ ਨਹੀਂ ਲੇਕਿਨ 10 ਸਾਲ ਵਿੱਚ ਹੀ ਆ। ਇਹ ਹੈ ਕੰਟੀਨਿਊਟੀ। ਸਨਾਤਨ ਯਾਤਰਾ ਦਾ ਅਰਥ ਇਹੀ ਆ। ਇੰਡੀਆ ਨੇ ਆਪਣੀ ਸਨਾਤਨ ਯਾਤਰਾ ਨੂੰ ਕੰਟੀਨਿਊ ਕਰ ਦਿੱਤਾ ਸੀਗਾ। ਇੰਡੀਆ ਗੌਰਮੈਂਟ ਨੇ ਓਫੀਸ਼ਲੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਜਿਹੜੀ ਸਾਡੀ ਪੁਰਾਣੀ ਯਾਤਰਾ ਹੈ
ਉਹ ਹੁਣ ਸਾਡੀ ਯਾਤਰਾ ਦਾ ਹਿੱਸਾ ਨਹੀਂ ਹੈ। ਅਸੀਂ ਅੱਜ ਤੋਂ ਨਵੀਂ ਯਾਤਰਾ ਸ਼ੁਰੂ ਕੀਤੀ। ਤੁਸੀਂ ਬਹੁਤ ਜ਼ਿਆਦਾ ਹੁਣ ਵੀ ਸੁਣਦੇ ਹੋਣੇ, ਸਾਡਾ ਦੇਸ਼ ਬਣੇ ਨੂੰ ਤਾਜ਼ਾ ਦੇਸ਼ ਹੈ, ਨਵਾਂ ਦੇਸ਼ ਹੈ, ਸਾਡੇ ਦੇਸ਼ ਨੂੰ ਬਣੇ ਨੂੰ 75 ਸਾਲ ਹੋਏ, ਅਸੀਂ 75 ਸਾਲ ਤੋਂ, ਤੁਹਾਡੀ ਯਾਤਰਾ ਤਾਂ ਹਜ਼ਾਰਾਂ ਸਾਲਾਂ ਦੀ ਹੈ। ਤੁਸੀਂ ਉਹ ਯਾਤਰਾ ਸਾਰੀ ਡਿਸਓਨ ਕਰ ਦਿੱਤੀ, ਤੁਸੀਂ ਜ਼ੀਰੋ ਤੋਂ ਸਟਾਰਟ ਕਰ ਰਹੇ। ਉਹਦੇ ਨਾਲ ਪੱਛਮੀ ਤਾਕਤਾਂ ਬੜੀਆਂ ਖੁਸ਼ ਹੋਈਆਂ, ਕਿਉਂਕਿ ਤੁਸੀਂ ਆਪਣਾ ਸਾਰਾ ਵਿਰਸਾ ਹੀ ਡਿਸਓਨ ਕਰ ਦਿੱਤਾ। ਅਸੀਂ ਆਪ ਹੀ ਖਤਮ ਕਰਨ ਨਾਲ ਤੁਸੀਂ ਆਪ ਹੀ ਖਤਮ ਕਰ ਦਿੱਤਾ। ਬਿਲਕੁਲ ਇਸ ਕਰਕੇ ਮੈਂ ਉਹੀ ਤੁਸੀਂ ਸਾਰਾ ਜੀ ਤੁਸੀਂ ਕਹਿਣਾ ਸ਼ੁਰੂ ਕਰਦੇ ਰਾਮ ਕਾਲਪਨਿਕ ਹੈ ਜੀ, ਇਮੇਜਨਰੀ ਹੈ ਜੀ, ਮਹਾਭਾਰਤ ਪੋਇਟਰੀ ਹੈ ਜੀ, ਜੋ ਮਤਲਬ ਤੁਹਾਡੇ ਕੋਲ ਸੀਗਾ ਤੁਸੀਂ ਕਹੇ ਤਾਂ ਪੁਰਾਣ ਜਿਹੜੇ ਹੈ ਜੀ ਇਹ ਮਿਥਕ ਹੈ ਜੀ, ਸਰਸਵਤੀ ਮਿਥ ਹੈ ਜੀ। ਬਈ ਇਹ ਸਾਰੀਆਂ ਗੱਲਾਂ ਤੁਹਾਨੂੰ ਕਿਹਨੇ ਸਿਖਾਈਆਂ? ਇਹ ਇੰਗਲੈਂਡ ਦੀ ਗੌਰਮੈਂਟ ਨੇ ਸਿਖਾਈਆਂ, ਜਿਨ੍ਹਾਂ ਦੀ ਗੌਰਮੈਂਟ ਇੱਥੇ ਸੀਗੀ। ਜੋ ਉਹਨਾਂ ਨੇ ਸਿਖਾਇਆ ਅਸੀਂ ਨੋਟ ਕਰ ਲਿਆ, ਅਸੀਂ ਉਹ ਬੋਝ ਲਾਉਣ ਨੂੰ ਤਿਆਰ ਨੇ। ਇਸ ਕਰਕੇ ਜਦ ਮੈਂ ਕਹਿੰਦਾ ਡਿਸਓਨ ਕਰ ਦਿੱਤਾ, ਜਿਹੜੀ ਸਾਡੀ ਹਜ਼ਾਰਾਂ ਸਾਲ ਦੀ ਯਾਤਰਾ ਹੈ ਉਹਨੂੰ ਡਿਸਓਨ ਕਰਕੇ ਤੁਸੀਂ ਨਵਾਂ ਦੇਸ਼ ਬਣ ਗਏ। ਜੇ ਨਵਾਂ ਦੇਸ਼ ਬਣ ਗਏ ਫਿਰ ਤੁਹਾਡਾ ਪੂਰੀ ਦੁਨੀਆ ਦੀ ਹਿਸਟਰੀ ਵਿੱਚ ਕਿਆ ਜਗ੍ਹਾ ਹੈ? ਫਿਰ ਤੁਸੀਂ ਤਾਂ 75 ਸਾਲ ਪੁਰਾਣੇ ਆ, ਤੁਹਾਡੇ ਤੋਂ ਪੁਰਾਣਾ ਤਾਂ ਫਿਰ ਅਮਰੀਕਾ ਹੀ ਜਿਹੜਾ 400-500 ਸਾਲ ਪੁਰਾਣਾ। ਇਸ ਕਰਕੇ ਭਾਈ ਇਹ ਜਿਹੜਾ ਨੈਰੇਟਿਵ ਸੀਗਾ ਨਾ ਬਈ ਅਸੀਂ ਨਵਾਂ ਆ, ਇਹ ਨੈਰੇਟਿਵ ਖਤਰਨਾਕ ਸੀਗਾ, ਇਹ ਮਾਰਨ ਵਾਲਾ ਨੈਰੇਟਿਵ ਸੀਗਾ। ਅਮਰੀਕਾ ਇਸ ਗੱਲ 'ਤੇ ਖੁਸ਼ ਸੀਗਾ, ਲੇਕਿਨ 2014 'ਚ ਗੌਰਮੈਂਟ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਸਾਡੀ ਯਾਤਰਾ ਹਜ਼ਾਰਾਂ ਸਾਲ ਦੀ ਆ, ਉਹ ਸਾਡਾ ਵਿਰਸਾ, ਉਹ ਸਾਡਾ ਵਿਰਸਾ ਆ। ਜੇ ਉਹਦੇ 'ਚ ਕੋਈ ਗਲਤ ਗੱਲਾਂ ਤਾਂ ਉਹ ਹੁਣ ਖਤਮ ਹੋ ਗਈਆਂ। ਦੇਖੋ ਕੋਈ ਤੁਹਾਡਾ ਮਤਲਬ ਸਾਡੇ ਬਜ਼ੁਰਗਾਂ 'ਚ ਕੋਈ ਬਜ਼ੁਰਗ ਬਦਮਾਸ਼ ਹੋਵੇ ਤਾਂ ਅਸੀਂ ਇਹ ਥੋੜ੍ਹਾ ਕਹਿੰਦੇ ਵੀ ਅਸੀਂ ਉਹਦਾ ਜਿੱਦਾਂ ਉਹ ਕਰਦਾ ਸੀਗਾ ਉੱਦਾਂ ਕਰਨਾ, ਲੇਕਿਨ ਅਸੀਂ ਕਹਿੰਦੇ ਭਾਈ ਉਹ ਵੀ ਸਾਡਾ ਹਿੱਸਾ ਸੀਗਾ। ਯੂ ਕਾਂਟ ਡਿਸਓਨ ਯੂਰ ਫੋਰ ਫਾਦਰਸ। ਇਸ ਕਰਕੇ ਸਾਰਾ ਜਿਹੜਾ ਪਰਿਵਰਤਨ ਬੇਸਿਕ ਹੋਇਆ ਨਾ ਜੀ, ਜਿਹੜਾ ਤੁਸੀਂ ਕਹਿੰਦੇ ਵੀ ਓਨ ਕਰ ਦਿੱਤਾ ਡਿਸ, ਮੇਰਾ ਓਨ ਦਾ ਮਤਲਬ ਸੀਗਾ ਵੀ ਉਹਨੂੰ ਓਨ ਕਰ ਲਿਆ ਵੀ ਸਾਡਾ ਆ। ਪਹਿਲਾਂ ਅਸੀਂ ਡਿਸਓਨ ਕੀਤਾ ਸੀਗਾ, ਜਦ ਅਸੀਂ ਓਨ ਕਰ ਲਿਆ ਫਿਰ ਸਭ ਤੋਂ ਵੱਡੀ ਗੜਬੜ ਸ਼ੁਰੂ ਹੋ ਗਈ। ਫਿਰ ਅਮਰੀਕਾ 'ਚ ਵੀ ਗੜਬੜ ਸ਼ੁਰੂ ਹੋ ਗਈ ਵੀ ਭਾਈ ਇਹ ਤਾਂ ਆਪਣੇ ਵਿਰਸੇ ਨਾਲ ਜੁੜ ਗਏ। ਜੇ ਜੁੜ ਗਏ ਇਹਨਾਂ 'ਚ ਤਾਂ ਫਿਰ ਨਵੀਂ ਊਰਜਾ ਆ ਜਾਊਗੀ। ਇਹਨਾਂ ਨੂੰ ਤਾਂ ਪਤਾ ਲੱਗੂਗਾ ਅਸੀਂ ਬੜੇ ਪੁਰਾਣੇ ਆ, ਅਸੀਂ ਬੜੇ ਤਾਕਤਵਰ ਰਹੇ, ਅਸੀਂ ਆਹ ਕੁਛ ਕੀਤਾ, ਅਸੀਂ ਆਹ ਕੁਛ ਕੀਤਾ। ਫਿਰ ਤਾਂ ਇਹਨਾਂ 'ਚ ਨਵਾਂ ਇੱਕ ਊਰਜਾ ਔਰ ਨਵਾਂ ਉਤਸ਼ਾਹ ਆ ਜਾਊਗਾ। ਜੇ ਨਵਾਂ ਉਤਸ਼ਾਹ ਆ ਗਿਆ ਫਿਰ ਜਿਹੜੇ ਅੱਜ ਦੁਨੀਆ ਦੀ ਪੋਲੀਟਿਕਸ ਨੂੰ ਕੰਟਰੋਲ ਕਰਦੇ ਆ, ਜਦ ਪੋਲੀਟਿਕਸ ਨੂੰ ਵੀ ਛੱਡੋ, ਦੁਨੀਆ ਦੀ ਜਿਹੜੀ ਮਤਲਬ ਸਿੱਖਿਆ, ਦੁਨੀਆ ਦਾ ਕਲਚਰ, ਉਹਨੂੰ ਜਿਹੜਾ ਕੰਟਰੋਲ ਕਰ ਰਹੇ ਆ, ਉਹਦੇ 'ਚ ਅਸੀਂ ਵੀ ਆਪਣਾ ਹਿੱਸਾ ਮੰਗਣਾ ਪਵਾਂਗੇ। ਇਸ ਕਰਕੇ ਸਾਰਾ ਜਿਹੜਾ ਇਹ ਝਗੜਾ ਸ਼ੁਰੂ ਹੋਇਆ ਵੀ ਇੰਡੀਆ ਦੇ ਖਿਲਾਫ ਇਹ ਲੋਕ ਕਿਉਂ ਹੋਏ, ਉਹਦਾ ਕਾਰਨ ਮੋਟੇ ਤੌਰ 'ਤੇ ਜਿੱਦਾਂ ਮੈਂ ਕਿਹਾ ਸੈਮੂਅਲ ਹੈਮਿੰਗਟਨ ਦੀ ਕਿਤਾਬ ਹੈ ਕਲੈਸ਼ ਆਫ ਸਿਵਲਾਈਜੇਸ਼ਨ, ਉਹਦੇ 'ਚ ਇੱਕ ਬਹੁਤ ਵੱਡਾ ਹਿੱਸਾ ਇਸ ਚੀਜ਼ ਦਾ ਹੈ। ਤੁਸੀਂ ਗੱਲ ਕੀਤੀ ਵੀ ਵਿਦੇਸ਼ੀ ਤਾਕਤਾਂ, ਹੁਣ ਬਹੁਤ ਸਾਰੇ ਐਸੇ ਸਾਡੇ ਭਾਰਤੀ ਨੇ ਜਿਨ੍ਹਾਂ ਨੂੰ ਲੱਗਦਾ ਕਿ ਸ਼ਾਇਦ ਅਮਰੀਕਾ ਦੁਨੀਆ ਦੇ ਉੱਤੇ ਰਾਜ ਕਰਦਾ, ਅਮਰੀਕਾ ਦੀ ਸਭ ਤੋਂ ਤਕੜੀ ਅਰਥ ਵਿਵਸਥਾ ਆ, ਉਹਦੇ ਕੋਲ ਹਥਿਆਰ ਸਭ ਤੋਂ ਜ਼ਿਆਦਾ ਆ, ਪੂਰੀ ਦੁਨੀਆ ਨੂੰ ਹਥਿਆਰ ਸਭ ਤੋਂ ਵੱਡੇ ਲੈਵਲ 'ਤੇ ਉਹ ਭੇਜਦਾ ਆ। ਹੁਣ ਅਮਰੀਕਾ ਇੱਕ ਪਾਸੇ ਭਾਰਤ ਨੂੰ ਇਹ ਦਿਖਾਉਂਦਾ ਕਿ ਮੈਂ ਭਾਰਤ ਦਾ ਦੋਸਤ ਹਾਂ, ਪੱਕਾ ਦੋਸਤ ਹਾਂ, ਔਰ ਦੂਸਰੇ ਪਾਸੇ ਕੈਨੇਡਾ ਦੇ ਵਿੱਚ ਕੈਨੇਡਾ ਦਾ ਜਦੋਂ ਪ੍ਰਧਾਨ ਮੰਤਰੀ ਇਹ ਕਹਿੰਦਾ ਆ ਵੀ ਭਾਰਤ ਦੇ ਉੱਤੇ ਦੋਸ਼ ਲਗਾਉਂਦਾ ਆ, ਤੇ ਅਮਰੀਕਾ ਉਹਨਾਂ ਨੂੰ ਸਪੋਰਟ ਕਰ ਰਿਹਾ ਵੀ ਤੁਸੀਂ ਕਰੋ, ਅਸੀਂ ਤੁਹਾਡੇ ਨਾਲ, ਭਾਰਤ ਨੂੰ ਇਹ ਨਹੀਂ ਕਰਨਾ ਚਾਹੀਦਾ। ਪਰ ਜਦੋਂ ਅਮਰੀਕਾ ਆਪ ਜਾ ਕੇ ਕਾਬੁਲ ਦੇ ਵਿੱਚ ਕਿਸੇ ਨੂੰ ਮਾਰ ਕੇ ਆਂਦਾ, ਅੱਤਵਾਦੀ ਨੂੰ ਜਿਹੜਾ ਉਹਨਾਂ ਦੇ ਦੇਸ਼ ਦੇ ਵਿੱਚ ਖਰਾਬੀ ਕਰਦਾ, ਜਾਂ ਲਾਦੇਨ ਨੂੰ ਜਾ ਕੇ ਮਾਰ ਕੇ ਆਂਦਾ, ਅਮਰੀਕਾ ਨੂੰ ਕੋਈ ਜਵਾਬ ਨਹੀਂ ਪੁੱਛ ਸਕਦਾ। ਭਾਰਤ ਨੂੰ ਕਿਉਂ ਸਵਾਲ ਪੁੱਛੇ ਜਾ ਰਹੇ ਨੇ? ਅਮਰੀਕਾ ਦੀ ਇਹ ਆਈਡੀਓਲੋਜੀ ਕਿਦਾਂ? ਦੇਖੋ ਦੋ ਗੱਲਾਂ ਆਪਣੇ ਨਵੇਂ ਜੀ, ਗੱਲ ਤੁਸੀਂ ਬੜੀ ਅੱਛੀ ਕੀਤੀ ਬਈ ਕੈਨੇਡਾ ਇਹ ਕਿਉਂ ਕਰ ਰਿਹਾ ਜਾਂ ਮੈਂ, ਦੇਖੋ ਇੱਕ ਗੱਲ ਤਾਂ ਸਦਾ ਧਿਆਨ ਰੱਖਣੀ ਚਾਹੀਦੀ, ਇੰਟਰਨੈਸ਼ਨਲ ਪੋਲਿਟਿਕਸ ਵਿੱਚ ਜਾਂ ਅੰਤਰਦੇਸ਼ੀ ਸੰਬੰਧਾਂ ਵਿੱਚ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ ਜੀ। ਹਰ ਦੇਸ਼ ਆਪਣੇ ਇੰਟਰਸਟ ਸੇਵ ਕਰਨਾ ਚਾਹੁੰਦਾ। ਕੋਈ ਦੁਨੀਆ 'ਚ ਇੱਦਾਂ ਦੇਸ਼ ਹੋ ਸਕਦਾ ਜਿਹੜਾ ਇਹ ਸੋਚੇ ਵੀ ਮੈਂ ਆਪਣੇ ਆਪ ਨੂੰ ਨੁਕਸਾਨ ਬਰਦਾਸ਼ਤ ਕਰ ਲਵਾਂ ਲੇਕਿਨ ਫਲਾਣੇ ਨੂੰ ਲਾਭ ਹੋ ਜਾਵੇ। ਜੇ ਕੋਈ ਇੱਕ ਕਲੇਮ ਕਰਦਾ ਤਾਂ ਉਹ ਖੁਦ ਪਖੰਡ ਕਰ ਰਿਹਾ, ਦੂਸਰੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਿਹਾ। ਉਹਦੇ ਵਿੱਚ ਵੀ ਉਹਦਾ ਕੋਈ ਬੈਨੀਫਿਟ ਨਹੀਂ ਨੈਚੁਰਲੀ ਕੋਈ, ਦੇਖੋ ਔਰ ਵੀ ਸ਼ੁੱਡ ਐਪਰੀਸ਼ੀਏਟ ਇਟ। ਹਿੰਦੁਸਤਾਨ ਵੀ ਕੋਈ ਪਾਲਿਸੀ ਬਣਾਊਗਾ, ਹਿੰਦੁਸਤਾਨ ਦੇ ਭਲੇ ਲਈ ਬਣਾਊਗਾ ਨਾ ਜੀ। ਅਮਰੀਕਾ ਕੋਈ ਪਾਲਿਸੀ ਬਣਾਊਗਾ, ਅਮਰੀਕਾ ਦੇ ਭਲੇ ਲਈ ਬਣਾਊਗਾ। ਜੇ ਦੋਹਾਂ ਦੀ ਕੋਈ ਸੰਧੀ ਹੁੰਦੀ ਤਾਂ ਇਹਦਾ ਮਤਲਬ ਦੋਹਾਂ ਨੂੰ ਤਾਂ ਲਾਭ ਹੋ ਸਕਦਾ, ਤਾਂ ਹੀ ਬਣਾਊਗੇ। ਜੇ ਮੈਨੂੰ ਇਹ ਲੱਗੇ ਵੀ ਅਮਰੀਕਾ ਨਾਲ ਸੰਧੀ ਕਰਕੇ ਮੈਨੂੰ ਨੁਕਸਾਨ ਹੈ, ਅਮਰੀਕਾ ਨੂੰ ਲਾਭ ਹੈ, ਮੈਂ ਸੰਧੀ ਗੱਲ ਹੀ ਕਰੂੰਗਾ। ਜੇ ਅਮਰੀਕਾ ਨੂੰ ਲੱਗੇ ਵੀ ਸੰਧੀ ਕਰਕੇ ਇੰਡੀਆ ਨੂੰ ਲਾਭ ਹੈ, ਸਾਨੂੰ ਨੁਕਸਾਨ ਉਹ ਕਿਉਂ ਕਰੂਗੇ? ਜਦ ਕੋਈ ਦੋ ਦੇਸ਼ ਸੰਧੀ ਕਰਦੇ ਮੰਨ ਕੇ ਚੱਲਣਾ ਚਾਹੀਦਾ ਵੀ ਇਹਦਾ ਫਾਇਦਾ ਦੋਹਾਂ ਦੇਸ਼ਾਂ ਨੂੰ ਹੋ ਰਿਹਾ। ਸਮਝ ਲੱਗੀ ਨਾ ਜੀ? ਇਸ ਕਰਕੇ ਅਮਰੀਕਾ ਦਾ ਐਟੀਟਿਊਡ, ਕੈਨੇਡਾ ਦਾ ਐਟੀਟਿਊਡ ਜਾਂ ਆਸਟ੍ਰੇਲੀਆ ਦਾ ਐਟੀਟਿਊਡ ਉਹ ਬਿਲਕੁਲ ਸਪਸ਼ਟ ਔਰ ਸਮਝ ਆਉਣ ਵਾਲਾ ਹੈ। ਇੱਦਾਂ ਕੋਈ ਦਿਸ ਇਜ਼ ਨਾਟ ਟੂ ਮਿਸਟੀਕਲ ਵੀ ਜਿਹੜਾ ਸਮਝ ਨਹੀਂ ਆਉਂਦਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਸਭ ਤੋਂ ਵੱਡੀ ਚਿੰਤਾ ਇਹਨਾਂ ਦੀ ਇਹੀ ਹੈ ਬਈ ਇੰਡੀਆ ਅੱਗੇ ਕਿਉਂ ਵੱਧ ਰਿਹਾ। ਇਸ ਕਰਕੇ ਲੇਕਿਨ
ਇੰਟਰਨੈਸ਼ਨਲ ਪੋਲਿਟਿਕਸ ਵਿੱਚ ਜਾਂ ਇੰਟਰਨੈਸ਼ਨਲ ਪੋਲਿਟਿਕਸ ਕਿਆ ਸਮਾਨ ਵਿਵਹਾਰ 'ਚ ਵੀ ਕਈ ਵਾਰ ਮੈਨੂੰ ਦੇਖਣਾ ਹੁੰਦਾ ਬਾਈ ਮੈਂ ਨਵੀਨ ਜੀ ਦੇ ਖਿਲਾਫ ਹਾਂ, ਨਵੀਨ ਜੀ ਅੱਗੇ ਵੱਧ ਰਹੇ ਆ, ਲੇਕਿਨ ਮੈਨੂੰ ਲੱਗਦਾ ਵੀ ਮੈਂ ਤਾਂ ਓਪਨਲੀ ਨਵੀਨ ਨੂੰ ਕੁਝ ਨਹੀਂ ਕਹਿ ਸਕਦਾ ਕਿ ਉਹਦੇ ਨਾਲ ਆਹ ਗੜਬੜ ਹੋ ਜਾਓ, ਆਹ ਗੜਬੜ ਹੋ ਜਾਓ, ਫਲਾਨਾ ਹੋ ਜਾਓ। ਤਾਂ ਮੈਂ ਫਿਰ ਕਿਸੇ ਦੂਸਰੇ ਨੂੰ ਤਿਆਰ ਕਰਦਾ ਜਿਹੜਾ ਮੇਰਾ ਦੋਸਤ ਹੈ ਵੀ ਬਾਈ ਤੂੰ ਅਟੈਕ ਕਰਦੀ, ਤੇਰਾ ਤਾਂ ਕੁਝ ਵਿਗੜਨ ਬਣਾ ਲਈ। ਉਹ ਕਹਿੰਦਾ ਭਾਈ ਸਾਹਿਬ ਮੈਨੂੰ ਕੌਣ ਪੁੱਛਦਾ, ਮੈਂ ਕਰ ਦੂੰਗਾ, ਮੇਰਾ ਕਿਸੇ ਨੇ ਕਿਆ ਵਿਗਾੜ ਲੈਣਾ। ਇਸ ਕਰਕੇ ਅਮਰੀਕਾ ਨੇ ਇੰਡੀਆ 'ਤੇ ਅਟੈਕ ਨਹੀਂ ਕੀਤਾ, ਅਮਰੀਕਾ ਨੇ ਕੈਨੇਡਾ ਨੂੰ ਅੱਗੇ ਕੀਤਾ। ਮੈਂ ਇਹ ਮੰਨਦਾ, ਜਿਹੜੇ ਲੋਕ ਕਹਿੰਦੇ ਨੇ ਵੀ ਕੈਨੇਡਾ ਨੇ ਇਹ ਗੱਲ ਕਿ ਮੇਰਾ ਇਹ ਮੰਨਣਾ ਵੀ ਕਿਤੇ ਨਾ ਕਿਤੇ ਅਮਰੀਕਾ ਦੀ ਸ਼ਹਿ 'ਤੇ ਕੈਨੇਡਾ ਨੇ ਕਿਹਾ। ਅਮਰੀਕਾ ਜਿਹੜਾ ਖੁਦ ਨਹੀਂ ਕਹਿ ਸਕਦਾ ਉਹਨੂੰ ਕੈਨੇਡਾ ਤੋਂ ਖਾਇਆ। ਔਰ ਕੈਨੇਡਾ ਗੌਰ ਦੇਖੀਏ ਐਜ਼ ਫਾਰ ਐਜ਼ ਕੈਨੇਡਾ ਇਜ਼ ਕੰਸਰਨਡ ਇੰਟਰਨੈਸ਼ਨਲ ਪੋਲਿਟਿਕਸ 'ਚ ਕੈਨੇਡਾ ਦੀ ਕਿਆ ਹਸੀਅਤ ਹੈ? ਨਾ ਤਾਂ ਕੈਨੇਡਾ ਵਰਲਡ ਪਾਵਰ ਹੈ, ਨਾ ਕੈਨੇਡਾ ਦੀ ਕੋਈ ਹੈਸੀਅਤ ਹੈ, ਨਾ ਕੈਨੇਡਾ ਏਜੰਟ ਸੈਟਰ ਹੈ। ਕੈਨੇਡਾ ਦੀ ਆਪਣੀ ਕੋਈ ਪਹਿਚਾਣ ਨਹੀਂ। ਅਮਰੀਕਾ ਦੀ ਤਾਂ ਫਿਰ ਚਲੋ ਪਹਿਚਾਣ ਹੈ ਬਈ ਅਮਰੀਕਾ ਖਾਸ ਕਰਕੇ 9/11 ਤੋਂ ਬਾਅਦ ਤਾਂ ਅਮਰੀਕਾ 'ਚ ਬਹਿਸ ਹੀ ਛਿੜ ਪਈ ਵੀ ਹੂ ਆਰ ਵੀ, ਅਸੀਂ ਕੌਣ ਆ, ਸਾਡੀ ਪਹਿਚਾਣ ਕਿਆ ਆ। ਅਤੇ ਇਸ ਕਰਕੇ ਅਮਰੀਕਾ ਤਾਂ ਫਿਰ ਪਹਿਚਾਣ ਟਟੋਲ ਰਿਹਾ ਔਰ ਪਹਿਚਾਣ ਥੋੜ੍ਹੀ ਬਹੁਤ ਬਣ ਵੀ ਰਹੀ ਆ। ਲੇਕਿਨ ਕੈਨੇਡਾ ਦੀ ਕਿਆ ਪਹਿਚਾਣ ਆ? ਮਤਲਬ ਕੈਨੇਡਾ ਦੀ ਕਿਹੜੀ ਪਹਿਚਾਣ ਹੈ? ਕੈਨੇਡਾ 'ਚ ਤਾਂ ਆਪਣਾ ਹੀ ਝਗੜਾ, ਜਿਹੜਾ ਕਿਊਬਿਕ ਮੌਂਟਰੀਅਲ ਦਾ ਕਿਊਬਿਕ ਦਾ ਏਰੀਆ, ਉਹ ਕਹਿੰਦੇ ਅਸੀਂ ਕੈਨੇਡਾ ਦਾ ਹਿੱਸਾ ਨਹੀਂ, ਅਸੀਂ ਅਲੱਗ ਮਤਲਬ ਦੇਸ਼ ਬਣਾਉਣਾ ਚਾਹੁੰਦੇ ਹਾਂ। ਉੱਥੇ ਕਈ ਵਾਰ ਵੋਟਾਂ ਪੈ ਜਾਂਦੀਆਂ ਔਰ ਇੱਕ ਵਾਰੀ ਤਾਂ ਵੋਟਾਂ ਪੈ ਹੀ ਗਈਆਂ ਸੀਗੀਆਂ, ਉਹ ਕਹਿੰਦੇ ਅਸੀਂ ਅਲੱਗ ਦੇਸ਼ ਬਣਾਉਣਾ, ਥੋੜ੍ਹੀ ਜਿਹੀ ਵੋਟਾਂ ਦਾ ਫਰਕ ਪੈ ਗਿਆ, ਨਹੀਂ ਤਾਂ ਅਲੱਗ ਦੇਸ਼ ਬਣ ਹੀ ਗਿਆ ਸੀਗਾ। ਇਸ ਕਰਕੇ ਕੈਨੇਡਾ ਨੂੰ ਜੇ ਅੱਗੇ ਕਰਕੇ ਕੁਝ ਬੁਲਾਇਆ ਜਾਵੇ ਤਾਂ ਦੋਹਾਂ ਦਾ ਪਰਪਸ ਪੂਰਾ ਹੋ ਜਾਂਦਾ, ਅਮਰੀਕਾ ਦਾ ਵੀ ਹੋ ਜਾਂਦਾ ਔਰ ਜੋ ਕਲੇਮ ਕਰਨਾ ਚਾਹੁੰਦੇ ਹੋ ਜਾਂਦਾ। ਕੈਨੇਡਾ ਪ੍ਰੈਕਟੀਕਲੀ ਦੇਖੋ, ਇੱਕ ਕੈਨੇਡੀਅਨ ਦੀ ਪਿੱਛੇ ਕਿਤਾਬ ਆਈ ਸੀ ਕੋਲਡ ਟੈਰਰ, ਉਹ ਕਿਸੇ ਕੈਨੇਡਾ ਦੇ ਪੱਤਰਕਾਰ ਨੇ ਲਿਖੀ ਹੋਈ, ਉਹ ਕਿਤਾਬ ਬੜੀ ਪਾਪੂਲਰ ਹੋਈ। ਉਹਨੇ ਲਿਖਿਆ ਵੀ ਅੱਜ ਕੈਨੇਡਾ ਦੁਨੀਆ ਦੇ ਆਤੰਕਵਾਦੀਆਂ ਦੀ ਸਭ ਤੋਂ ਵੱਡੀ ਇੱਕ ਪ੍ਰਕਾਰ ਦੀ ਸ਼ਰਨ ਸਥਲੀ ਬਣਿਆ ਵਾ। ਉਹਨੇ ਲਿਖਿਆ ਦੁਨੀਆ ਦਾ ਕੋਈ ਇੱਦਾਂ ਦਾ ਆਤੰਕਵਾਦੀ ਸੰਗਠਨ ਨਹੀਂ ਹੈ ਜਿਹਨੇ ਆਪਣਾ ਅੱਡਾ ਕੈਨੇਡਾ 'ਚ ਨਾ ਬਣਾਇਆ ਹੋਵੇ, ਔਰ ਕੈਨੇਡਾ ਗੌਰਮੈਂਟ ਜਾਣਬੁੱਝ ਕੇ ਅਖੋਲਾ ਕਰ ਰਹੀ ਹੈ। ਅੱਛਾ, ਕਿਉਂ ਕਰ ਰਹੀ ਹੈ? ਹੁਣ ਕਿਤਾਬ 'ਚ ਬਹੁਤ ਰੀਜ਼ਨ ਦਿੱਤੇ ਆ, ਲੇਕਿਨ ਆਈ ਵਿਲ ਨਾਟ ਗੋ ਇਨ ਟੂ ਡਿਟੇਲਸ ਆਫ ਦੈਟ ਥਿੰਗ। ਲੇਕਿਨ ਵੱਡੀ ਗੱਲ ਹੈ ਵੀ ਕੈਨੇਡਾ ਇੰਡੀਆ 'ਤੇ ਕਿਉਂ ਅਟੈਕ ਕਰ ਰਿਹਾ। ਇੱਕ ਤਾਂ ਉਹੀ ਜਿਹੜਾ ਮੈਂ ਦੱਸਿਆ ਵੀ ਸਾਰਾ ਝਗੜਾ ਪਾਵਰ ਦਾ ਹੈ। ਜੇ ਇੰਡੀਆ ਨੂੰ ਤੁਸੀਂ 2-4 ਜਗ੍ਹਾ ਤੋਂ ਪ੍ਰਿਕ ਕਰਦੇ ਰਹੋਗੇ ਤਾਂ ਇੰਡੀਆ ਇੰਟਰਨਲ ਪੋਲਿਟਿਕਸ ਵਿੱਚ, ਇੰਟਰਨਲ ਪ੍ਰੋਬਲਮਸ ਵਿੱਚ ਫਸਿਆ ਰਹੂਗਾ। ਇੰਟਰਨਲ ਪ੍ਰੋਬਲਮ 'ਚ ਫਸਿਆ ਰਹੂਗਾ ਤਾਂ ਫਿਰ ਇੰਡੀਆ ਅੱਗੇ ਨਹੀਂ ਵੱਧ ਸਕਦਾ। ਬਾਈ ਅਮਰੀਕਾ ਨੇ ਜਿਹੜਾ ਰਸ਼ੀਆ ਨੂੰ ਕੋਲੈਪਸ ਕਰਵਾਇਆ, ਉਹ ਕਿੱਦਾਂ ਕਰਵਾਇਆ? ਇੱਕ ਗੋਲੀ ਨਹੀਂ ਚੱਲੀ, ਦੋਏ ਸੁਪਰ ਪਾਵਰ ਸੀਗੇ, ਐਟਮ ਬੰਬ ਦੋਹਾਂ ਕੋਲ, ਪਤਾ ਨਹੀਂ ਦੁਨੀਆ ਭਰ ਦੇ ਕਿਹੜੇ ਕਿਹੜੇ ਹਥਿਆਰ ਦੋਹਾਂ ਕੋਲ, ਲੇਕਿਨ ਇੱਕ ਬਿਨਾਂ ਗੋਲੀ ਚਲਾਏ ਰਸ਼ੀਆ ਕੋਲੈਪਸ ਹੋ ਗਿਆ ਕਿ ਨਹੀਂ ਹੋ ਗਿਆ? ਇਸ ਕਰਕੇ ਸਟ੍ਰੈਟਜੀ ਦਾ ਹਿੱਸਾ ਅੱਜ ਉਹਨਾਂ ਨੂੰ ਲੱਗਦਾ ਵੀ ਇੰਡੀਆ ਜਿਹੜਾ ਹੈ, ਖਾਸ ਕਰਕੇ 2014 ਤੋਂ ਬਾਅਦ ਇੰਡੀਆ ਆਪਣੇ ਲਈ ਨਵੀਂ ਭੂਮਿਕਾ ਵਰਲਡ ਪੋਲਿਟਿਕਸ 'ਚ ਤਲਾਸ਼ ਰਿਹਾ। ਇਸ ਕਰਕੇ ਹੁਣੇ ਹੀ ਮੌਕੇ 'ਤੇ ਇੰਡੀਆ ਨੂੰ ਦਬਾਉਣਾ ਚਾਹੀਦਾ। ਕਿਸ ਤਰੀਕੇ ਨਾਲ ਦਬਾਉਣਾ ਚਾਹੀਦਾ? ਪਹਿਲਾਂ ਤਾਂ 50 ਜਗ੍ਹਾ ਤੋਂ ਥੋੜ੍ਹਾ ਪ੍ਰਿਕ ਕਰੋ ਤਾਂ ਕਿ ਖੂਨ ਨਿਕਲਦਾ ਰਹੇ, ਫਿਰ ਆਪਣੇ ਇੰਟਰਨਲ ਪੋਲਿਟਿਕਸ 'ਚ ਲੱਗਾ ਰਹੇ। ਉਹਦੇ ਲਈ ਕੈਨੇਡਾ ਨੂੰ ਯੂਜ਼ ਕੀਤਾ ਸਭ ਤੋਂ ਵੱਡੇ ਤਰੀਕੇ ਨਾਲ। ਵੀ ਕੈਨੇਡਾ ਗੌਰਮੈਂਟ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਪ੍ਰਾਈਮ ਮਿਨਿਸਟਰ ਨੇ ਕਿਹਾ, ਦੇਖੀਏ ਡਿਪਲੋਮੇਸੀ ਵਿੱਚ ਅੱਜ ਤੱਕ ਮੈਂ ਸਮਝਦਾ ਦੁਨੀਆ ਦੀ ਡਿਪਲੋਮੇਸੀ ਪਹਿਲਾ ਕੇਸ ਆ ਵੀ ਪ੍ਰਾਈਮ ਮਿਨਿਸਟਰ ਪਾਰਲੀਮੈਂਟ 'ਚ ਇਹ ਕਹਿ ਰਿਹਾ, ਔਰ ਇਹ ਨਹੀਂ ਕਹਿ ਰਿਹਾ ਵੀ ਸਾਡੇ ਕੋਲ ਸਬੂਤ ਹੈ, ਉਹ ਕਹਿ ਰਿਹਾ ਵੀ ਐਲੀਗੇਸ਼ਨਸ ਹੈ, ਰਿਲਾਇਬਲ ਐਲੀਗੇਸ਼ਨਸ। ਭਾਈ ਕੋਈ SHO ਐਲੀਗੇਸ਼ਨ ਦੇ ਨਾਂ 'ਤੇ ਕਿਸ 'ਤੇ ਕੇਸ ਨਹੀਂ ਕਰਦਾ, ਉਹ ਵੀ ਇਨਵੈਸਟੀਗੇਸ਼ਨ ਕਰਦਾ ਵੀ ਜੇ ਪ੍ਰੂਫ ਮਿਲ ਜਾਵੇ ਫਿਰ ਜਾ ਕੇ ਅਰੈਸਟ ਕਰਦਾ। ਔਰ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਕਹਿ ਰਿਹਾ ਰਿਲਾਇਬਲ ਐਲੀਗੇਸ਼ਨਸ ਹੈ। ਮੇਰੇ ਖਿਆਲ 'ਚ ਤਾਂ ਕੋਈ ਪ੍ਰਾਈਮ ਮਿਨਿਸਟਰ ਰਿਲਾਇਬਲ ਐਲੀਗੇਸ਼ਨ ਪਾਰਲੀਮੈਂਟ 'ਚ ਕਹਿ ਰਿਹਾ ਤਾਂ ਇਹ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ। ਔਰ ਟਰੂਡੋ ਨੇ ਜਿਹੜੀ ਗੱਲ ਕਹੀ ਐਲੀਗੇਸ਼ਨ ਹੈ, ਰਿਲਾਇਬਲ ਐਲੀਗੇਸ਼ਨ ਹੈ, ਉਹਦੇ ਸਬੂਤ ਕੋਈ ਨਹੀਂ ਦਿੱਤੇ। ਲੇਕਿਨ ਇਹ ਕਿਹਾ ਕਿਉਂ? ਵੱਡੀ ਗੱਲ ਤਾਂ ਇਹ ਵੀ ਕਿਹਾ ਕਿਉਂ? ਕਹਿਣ ਦਾ ਇੱਕੋ ਹੀ ਪਰਪਸ ਹੈ। ਅੱਜ ਇਹ ਜਿਹੜੀਆਂ ਪਾਵਰਸ ਹੈ, ਅਮਰੀਕਾ ਹੋਵੇ, ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਇਹਨਾਂ ਦੀ ਕੋਸ਼ਿਸ਼ ਇਹ ਹੈ ਵੀ ਹਿੰਦੁਸਤਾਨ ਨੂੰ, ਖਾਸ ਕਰਕੇ BJP ਦੀ ਗੌਰਮੈਂਟ ਤੋਂ ਆਉਣ ਤੋਂ ਬਾਅਦ ਹਿੰਦੁਸਤਾਨ ਨੂੰ ਹਿੰਦੂਆਂ ਨੂੰ ਮਿਲੀਟੈਂਟ ਦੇ ਤੌਰ 'ਤੇ ਪੇਂਟ ਕੀਤਾ ਜਾਵੇ। ਕਿਉਂਕਿ ਹਜੇ ਤੱਕ ਜਿਹੜਾ ਆਤੰਕਵਾਦ ਦਾ ਸਾਰਾ ਝਗੜਾ ਹੈ ਉਹ ਇਹਨਾਂ ਵਿੱਚ ਆਪਸ ਵਿੱਚ ਕ੍ਰਿਸਚੀਅਨਸ ਔਰ ਇਸਲਾਮਿਸਟ ਕੰਟਰੀ ਵਿੱਚ ਹੀ ਹੈ। ਜੇ ਤੁਸੀਂ ਅੱਜ ਹਿੰਦੂ ਨੂੰ ਪੇਂਟ ਕਰ ਦੋਗੇ ਵੀ ਹਿੰਦੂ ਵੀ ਮਿਲੀਟੈਂਟ ਹੈ ਤਾਂ ਫਿਰ ਤੁਸੀਂ ਇੱਕ ਕਿਸਮ ਦਾ ਜੋ ਰਸ਼ੀਆ ਨਾਲ ਕੀਤਾ ਉਹੀ ਇੰਡੀਆ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ। ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਸਿਸਟੇਮੈਟਿਕਲੀ ਅਮਰੀਕਾ, ਕੈਨੇਡਾ ਦੀਆਂ ਯੂਨੀਵਰਸਿਟੀਆਂ 'ਚ PhDਆਂ ਕਰਵਾਈਆਂ ਜਾ ਰਹੀਆਂ ਇਹਨਾਂ ਵਿਸ਼ਿਆਂ 'ਤੇ ਵੀ ਜਿਹੜਾ ਹਿੰਦੂ ਕਲਚਰ ਹੈ ਜਾਂ ਹਿੰਦੂ ਇਥੋਸ ਹੈ ਜਿਹੜਾ ਉਹ ਐਂਟੀ ਹਿਊਮਨ ਹੈ ਔਰ ਉਹ ਮਾਨਵਤਾ ਦੇ ਖਿਲਾਫ ਹੈ
ਔਰ ਬੇਸਿਕ ਹਿੰਦੂ ਥਾਟ ਜਿਹੜਾ ਹੈ ਉਹ ਗਰੀਬਾਂ ਨੂੰ ਦਬਾਉਣ ਆ। ਹਿੰਦੂ ਤੌਰ ਤਰੀਕਾ ਜਿਹੜਾ ਹੈ ਉਹ ਇੱਕ ਕਿਸਮ ਦਾ ਜਿਹਨੂੰ ਕਹਿਣਾ ਚਾਹੀਦਾ ਬਈ ਜਿਹੜੇ ਦਲਿਤ ਸਮਾਜ ਆ ਉਹਨਾਂ ਨੂੰ ਦਬਾਉਣ ਆ। ਤੁਸੀਂ ਹਿੰਦੂ ਦਾ ਇੱਕ ਨੈਗੇਟਿਵ ਇਮੇਜ ਪੇਂਟ ਕਰਨਾ ਚਾਹੁੰਦੇ ਆ। ਉਸ ਇਮੇਜ ਪੇਂਟ ਕਰਨ ਲਈ ਦੋ ਗੱਲਾਂ ਤੁਸੀਂ ਕੀਤੀਆਂ। ਇੱਕ ਤਾਂ ਇਹ ਬਈ ਇਹਨਾਂ ਨੇ ਆ ਕੇ ਮਰਵਾਇਆ ਜੀ ਇਹ ਇਲੀਗਲ ਆ। ਇੱਕ ਦੇਸ਼ ਦੂਸਰੇ ਦੇਸ਼ ਦੇ ਕਿਸੇ ਸਿਟੀਜ਼ਨ ਨੂੰ ਮਾਰੇ, ਦਿਸ ਇਜ਼ ਟੋਟਲੀ ਇਲੀਗਲ, ਇਹ ਨਹੀਂ ਹੋਣਾ ਚਾਹੀਦਾ। ਅੱਛਾ, ਲੇਕਿਨ ਹੋਇਆ ਨਹੀਂ, ਐਲੀਗੇਸ਼ਨ ਪ੍ਰਾਈਮ ਮਿਨਿਸਟਰ ਲਗਾਵੇ, ਬਹਿਸ ਤਾਂ ਸ਼ੁਰੂ ਹੋ ਗਈ ਨਾ ਜੀ। ਅੱਛਾ, ਦੂਸਰਾ ਇਹਦੇ ਨਾਲ ਫਿਰ ਕੌਣ ਮਾਰ ਰਿਹਾ? ਇੰਡੀਆ ਮਾਰ ਰਿਹਾ। ਇੰਡੀਆ ਕੌਣ? ਇੰਡੀਆ ਤੇ ਕੀ ਅੱਜ ਕੱਲ੍ਹ ਇੰਡੀਆ ਦਾ ਹਿੰਦੂ ਨੇ ਕਬਜ਼ਾ ਕਰ ਲਿਆ ਜੀ। ਬੀਜੇਪੀ ਜਿਹੜੀ ਹੈ ਹਿੰਦੂ ਓਰੀਐਂਟਡ ਪਾਰਟੀ ਹੈ ਜੀ, ਔਰ ਹਿੰਦੂ ਫੋਰਸਿਸ ਦਾ ਇੰਡੀਆ ਤੇ ਕਬਜ਼ਾ ਹੋ ਗਿਆ ਔਰ ਹਿੰਦੂ ਫੋਰਸਿਸ ਇਹ ਕਰ ਰਹੀਆਂ। ਬਿਲਕੁਲ ਜੀ, ਬਿਲਕੁਲ। ਇਹ ਬਹੁਤ ਵੱਡੀ ਇੱਕ ਰਣਨੀਤੀ ਦਾ ਹਿੱਸਾ ਹੈ ਔਰ ਜਿਹੜਾ ਕੈਨੇਡਾ ਨੇ ਕੀਤਾ ਵੀ ਇੰਡੀਆ ਨੂੰ ਪ੍ਰਿਕ ਕਰੀਏ, ਔਰ ਮੈਂ ਸਮਝਦਾ ਇਹ ਸਫਲ ਨਹੀਂ ਹੋਊਗਾ ਕਿਉਂਕਿ ਇੰਡੀਆ ਨੇ ਦੇਖੋ ਡਿਪਲੋਮੈਸੀ 'ਚ ਤੁਹਾਨੂੰ ਦੱਸਣਾ ਪੈਂਦਾ ਵੀ ਅਸੀਂ ਤੁਹਾਡੇ ਪ੍ਰਸ਼ਨ ਦਾ ਜਵਾਬ ਕਿਸ ਤਰੀਕੇ ਨਾਲ ਦਿੰਦੇ, ਅਸੀਂ ਝੁੱਕ ਕੇ ਦਿੰਦੇ ਕਿ ਖੜ ਕੇ ਦਿੰਦੇ। ਕੈਨੇਡਾ ਨੂੰ ਸ਼ਾਇਦ ਲੱਗਦਾ ਸੀ ਵੀ ਇੰਡੀਆ ਉਸ ਦੂਰ ਤੱਕ ਨਹੀਂ ਜਾਊਗਾ, ਬਹਿਸ ਸ਼ੁਰੂ ਹੋ ਜਾਊਗੀ, 4 ਜਗ੍ਹਾ ਭਾਸ਼ਣ ਹੋ ਗਏ, UN 'ਚ ਹੋ ਗਏ, ਇੱਧਰ ਹੋ ਗਏ, ਬਹਿਸ ਸ਼ੁਰੂ ਹੋ ਜਾਊਗੀ, ਇਮੇਜ ਟਾਰਨਿਸ਼ ਕਰਨ ਦਾ ਕੰਮ ਸ਼ੁਰੂ ਹੋ ਜਾਊਗਾ। ਲੇਕਿਨ ਇੰਡੀਆ ਨੇ ਸਟਰੋਂਗਲੀ ਰਿਐਕਟ ਕੀਤਾ। ਇੰਡੀਆ ਨੇ ਸਭ ਤੋਂ ਵੱਡਾ ਤਾਂ ਇਹੀ ਰਿਐਕਟ ਕੀਤਾ ਬਾਈ ਆਪਣੇ ਵੀਜ਼ਾ ਬੰਦ ਕਰ ਦਿੱਤੇ, ਔਰ ਦੂਸਰਾ ਉਹਨਾਂ ਨੇ ਕਿਹਾ ਤੁਹਾਡੇ 61 ਇੱਥੇ ਲੋਕ ਬੈਠੇ ਔਰ ਸਾਡੇ ਉੱਥੇ 21 ਆ, ਔਰ ਇਹਨਾਂ 61 ਬੰਦੇ ਦੀ ਇਨਕੁਆਰੀ ਹੋਈ, ਮਤਲਬ ਓਫੀਸ਼ਲੀ ਔਰ ਅਨਓਫੀਸ਼ਲੀ, ਵੀ ਇਹ ਬੰਦੇ ਇੰਡੀਆ ਵਿੱਚ ਖਾਸ ਕਰਕੇ ਪੰਜਾਬ ਦੇ ਖਿੱਤੇ 'ਚ ਲੋਕਾਂ ਨਾਲ ਸੰਪਰਕ ਕਰਕੇ ਉਹਨਾਂ ਨਾਲ ਜੋੜ ਰਿਹਾ ਜਿਹੜੇ ਲੋਕ ਐਂਟੀ ਇੰਡੀਆ ਹੈ। ਇਹ ਪੂਰੀ ਇੱਕ ਰਣਨੀਤੀ ਦਾ ਹਿੱਸਾ ਸੀਗਾ, ਨਹੀਂ ਤਾਂ 61 ਦੀ ਫੌਜ ਇੱਥੇ ਕਿਆ ਕਰ ਰਹੀ ਜੀ। ਤੇ ਇੰਡੀਆ ਨੇ ਕਿਹਾ ਵੀ ਇਹਨਾਂ ਨੂੰ ਵਾਪਸ ਸੱਦੋ, ਔਰ ਫਿਰ ਕੈਨੇਡਾ ਦਾ ਪ੍ਰਧਾਨ ਮੰਤਰੀ ਕਿਆ ਕਹਿ ਰਿਹਾ ਵੀ ਬਿਆਨਾ ਕਨਵੈਨਸ਼ਨ ਦਾ ਉਲੰਘਣ ਹੋ ਰਿਹਾ। ਬਾਈ ਬਿਆਨਾ ਕਨਵੈਨਸ਼ਨ ਇਹ ਹੈ ਵੀ ਜੇ ਅਸੀਂ ਕਿਸੇ ਨੂੰ ਕਹਿੰਦੇ ਬਈ ਉਹ ਵਾਪਸ ਚਲ ਜਾਵੇ, ਉਹ ਨਹੀਂ ਜਾਂਦਾ। ਤੁਸੀਂ ਮੇਰੇ ਘਰ ਆਏ ਹੋਏ ਔਰ ਮੈਂ ਤੁਹਾਨੂੰ ਕਹਿੰਦਾ ਭਾਈ ਸਾਹਿਬ ਬਸ ਠੀਕ ਹੋ ਗਿਆ, ਤੁਹਾਡਾ ਸਵਾਗਤ ਹੋ ਗਿਆ, ਬਹੁਤ ਅੱਛਾ ਹੋ ਗਿਆ, ਹੁਣ ਤੁਸੀਂ ਜਾਓ, ਕਿਉਂਕਿ ਸਾਡੇ ਵੀ 20 ਪ੍ਰਾਹੁਣੇ ਤੁਹਾਡੇ ਰਹਿੰਦੇ ਆ, ਤੁਹਾਡੇ ਵੀ ਇੱਥੇ ਰਹਿਣ ਬਰਾਬਰ ਹੈ, ਤੁਸੀਂ 61 ਦੀ ਫੌਜ ਲੈ ਕੇ ਬੈਠੇ। ਉਹਨਾਂ ਨੇ ਕਿਆ ਕਹਿਣਾ ਸ਼ੁਰੂ ਕਰ ਦਿੱਤਾ ਵੀ ਇੰਡੀਆ ਨੇ ਕਹਿ ਦਿੱਤਾ ਜੀ ਅਸੀਂ ਇਹਨਾਂ ਦੀ ਡਿਪਲੋਮੈਟਿਕ ਇਮਿਊਨਿਟੀ ਖਤਮ ਕਰ ਦੇਵਾਂਗੇ ਜੀ, ਔਰ ਇਹ ਬਿਆਨਾ ਕਨਵੈਨਸ਼ਨ ਦੇ ਅਗੇਂਸਟ ਹੈ, ਜਿਹੜਾ ਸਰਾਸਰ ਝੂਠ ਟਰੂਡੋ ਕਹਿ ਰਿਹਾ। ਔਰ ਮੈਂ ਸਮਝਦਾ ਉਸ ਤੋਂ ਮੈਨੂੰ ਇਹ ਲੱਗਦਾ ਵੀ ਹੀ ਨੋਜ਼ ਐਵਰੀਥਿੰਗ, ਔਰ ਜੋ ਪਾਰਲੀਮੈਂਟ 'ਚ ਬੋਲ ਰਿਹਾ, ਇੱਥੇ ਬੋਲ ਰਿਹਾ, ਉਹ ਜਾਣ ਬੁੱਝ ਕੇ ਇੰਡੀਆ ਦੇ ਇਮੇਜ ਨੂੰ ਟਾਰਨਿਸ਼ ਕਰਨ ਲਈ ਬੋਲ ਰਿਹਾ, ਔਰ ਦੇਸ਼ ਵਿਰੋਧੀ ਤਾਕਤਾਂ ਨੂੰ, ਜਿੱਦਾਂ ਮੈਂ ਕਿਹਾ ਵੀ ਕੋਲਡ ਟੈਰਰ ਨੇ ਦੱਸਿਆ ਬਈ ਦੁਨੀਆ ਭਰ ਦੇ ਦਹਿਸ਼ਤਗਰਦਾਂ ਦਾ ਅੱਡਾ ਬਣਿਆ ਵਾ। ਔਰ ਦੇਖੋ ਕੈਨੇਡਾ ਗੌਰਮੈਂਟ ਦਾ ਜਿਹੜਾ ਐਟੀਟਿਊਡ ਹੈ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੋਇਆ, ਇਸ ਕਰਕੇ ਨਹੀਂ ਹੋਇਆ ਵੀ ਇੰਡੀਆ 'ਚ ਲੋਕਾਂ ਨੇ ਕੈਨੇਡਾ ਗੌਰਮੈਂਟ ਦੇ ਅਗੇਂਸਟ ਹੀ ਰਿਐਕਟ ਕੀਤਾ, ਕੈਨੇਡਾ ਗੌਰਮੈਂਟ ਦੇ ਫੇਵਰ 'ਚ ਨਹੀਂ ਰਿਐਕਟ ਕੀਤਾ। ਕੈਨੇਡਾ ਇਜ਼ ਟਰਾਈਂਗ ਟੂ ਪਲੇ ਇਨ ਦੀ ਡੋਮੈਸਟਿਕ ਪੋਲੀਟਿਕਸ ਆਫ ਇੰਡੀਆ। ਉਹਦੀਆਂ ਆਪਣੀਆਂ ਪੋਲੀਟਿਕਸ ਦੀਆਂ ਮਜਬੂਰੀਆਂ ਹੋ ਸਕਦੀਆਂ, ਕਿਉਂਕਿ ਜਿਹੜੀ ਉੱਥੇ ਦੂਸਰੀ ਪਾਰਟੀ ਹੈ ਉਹ ਪਾਰਟੀ ਪਾਵਰ 'ਚ ਆ ਰਹੀ ਹੈ ਔਰ ਟਰੂਡੋ ਦਾ ਗ੍ਰਾਫ ਬਹੁਤ ਗਿਰ ਰਿਹਾ। ਟਰੂਡੋ ਨੂੰ ਲੱਗਦਾ ਵੀ ਜਿਹੜੇ ਪੰਜਾਬੀ ਉੱਥੇ ਹੈ ਜੇ ਮੈਂ ਉਹਨਾਂ ਨੂੰ ਕੰਸੋਲੀਡੇਟ ਕਰ ਦੇਵਾਂ ਤਾਂ ਸ਼ਾਇਦ ਬ੍ਰਿਟਿਸ਼ ਕੋਲੰਬੀਆ 'ਚੋਂ 8, 10, 12 ਸੀਟਾਂ ਜਿੱਤ ਜਾਵਾਂ। ਔਰ ਇਸ ਵੇਲੇ ਵੀ ਜਿਹੜੀ ਉਹਦੀ ਪਾਰਟੀ ਹੈ ਉਹਦੇ ਕੋਲ ਬਹੁਮਤ ਨਹੀਂ ਹੈ। ਨਿਊ ਡੈਮੋਕ੍ਰੈਟਿਕ ਪਾਰਟੀ ਦਾ ਉਹਨੂੰ ਸਮਰਥਨ ਹੈ। ਨਿਊ ਡੈਮੋਕ੍ਰੈਟਿਕ ਪਾਰਟੀ ਵੀ ਹੁਣ ਡਿਸਇੰਟੀਗ੍ਰੇਟ ਹੋ ਰਹੀ ਹੈ ਔਰ ਕੈਨੇਡਾ ਦੀ ਇੰਟਰਨਲ ਪੋਲੀਟਿਕਸ ਕਰਕੇ ਸ਼ਾਇਦ ਟਰੂਡੋ ਨੇ, ਲੇਕਿਨ ਜਿਹੜੇ ਲੋਕ ਇਹ ਕਰ ਰਹੇ ਨੇ ਇੰਟਰਨਲ, ਇਟ ਮੇ ਬੀ ਵਨ ਆਫ ਦੀ ਰੀਜ਼ਨਸ। ਜੀ ਇਹੀ ਕਾਰਨ ਨਹੀਂ, ਕਾਰਨ ਬਹੁਤ ਵੱਡਾ ਆ। ਉਸ ਵਿੱਚ ਇੱਕ ਹਿੱਸਾ ਇਹ ਵੀ ਹੈ ਬਈ ਇੰਟਰਨਲ ਪੋਲੀਟਿਕਸ ਜਿਹੜਾ ਹੈ, ਔਰ ਇਹ ਬਦਕਿਸਮਤੀ ਆ, ਪਰ ਅੱਛਾ ਹੋਇਆ ਵੀ ਕੈਨੇਡਾ ਦੀ ਗੱਲ ਨੂੰ ਕਿਸੇ ਨੇ ਹਿੰਦੁਸਤਾਨ 'ਚ ਗੋਲਿਆ ਨਹੀਂ ਔਰ ਸਖਤ ਜਵਾਬ ਦਿੱਤਾ ਗਿਆ। ਹਾਂ, ਬੜਾ ਸਖਤ ਜਵਾਬ ਦਿੱਤਾ। ਅੱਛਾ, ਜਦੋਂ ਟਰੂਡੋ ਦਾ ਬਿਆਨ ਆਉਂਦਾ ਸੰਸਦ ਦੇ ਵਿੱਚ, ਦੇਖੋ ਉਹਨਾਂ ਦੇ ਲੋਕ ਮੰਨਣ, ਉਹਨਾਂ ਦਾ ਪ੍ਰਧਾਨ ਮੰਤਰੀ ਹੈ, ਪਰ ਭਾਰਤ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਉਹਨਾਂ ਸਿਰਫ ਇੱਕ ਟਰੂਡੋ ਦੇ ਬਿਆਨ ਦਾ ਹਵਾਲਾ ਦੇ ਕੇ ਇਹਨਾਂ ਨੇ ਕੁਝ ਲੋਕਾਂ ਨੇ ਚੰਦ ਲੋਕਾਂ ਨੇ ਪੰਜਾਬ ਦੇ ਵਿੱਚ ਇੰਟਰਵਿਊਜ਼ ਦਿੱਤੀਆਂ, ਗੱਲਾਂ ਕੀਤੀਆਂ ਸੋਸ਼ਲ ਮੀਡੀਆ ਤੇ ਆ ਕੇ, ਭਾਈ ਜੇ ਟਰੂਡੋ ਸਾਹਿਬ ਨੇ ਬਿਆਨ ਦੇ ਦਿੱਤਾ ਸੰਸਦ ਦੇ ਵਿੱਚ ਤੇ ਇਹ ਬਹੁਤ ਵੱਡੀ ਗੱਲ ਆ, ਛੋਟੀ ਗੱਲ ਨਹੀਂ ਹੈ। ਇਹਦੇ ਉੱਤੇ ਭਾਰਤ ਸਰਕਾਰ ਨੇ ਜੇ ਕੁਝ ਕੀਤਾ, ਇਹ ਨਹੀਂ ਵੀ ਅਸੀਂ ਭਾਰਤ ਸਰਕਾਰ ਨੂੰ ਕਹਿ ਰਹੇ ਮਦਦ ਕਰੋ, ਜੇ ਭਾਰਤ ਸਰਕਾਰ ਨੇ ਕੁਝ ਕੀਤਾ ਤੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ। ਜਿਹੜੇ 61 ਬੰਦੇ ਸੀਗੇ ਇੱਥੇ, ਜਿਨ੍ਹਾਂ ਚੋਂ ਮੇਰੇ ਖਿਆਲ 'ਚ ਹੁਣ 40 ਬੰਦੇ ਭਾਰਤ ਸਰਕਾਰ ਨੇ ਕੱਢੇ ਜੀ, ਉਹਨਾਂ 40 ਤੇ ਇਹੀ ਐਲੀਗੇਸ਼ਨ ਹੈ ਵੀ ਪੰਜਾਬ 'ਚ ਕੁਝ ਬੰਦਿਆਂ ਨੂੰ ਮਤਲਬ ਭੜਕਾ ਰਹੇ। ਔਰ ਪੰਜਾਬ 'ਚ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਇੱਕ ਬੰਦਾ ਤਾਂ ਓਪਨਲੀ ਕਹਿ ਰਿਹਾ ਵੀ ਜਦ ਮੈਂ ਚਿੱਠੀ ਦੇ ਦਿੰਦਾ ਤਾਂ ਕੈਨੇਡਾ ਗੌਰਮੈਂਟ ਤੁਰੰਤ ਵੀਜ਼ਾ ਦੇ ਦਿੰਦੀ ਹੈ ਜੀ।
ਉਸ ਬੰਦੇ ਦਾ ਕੈਨੇਡਾ ਦੀ ਗੌਰਮੈਂਟ ਨੇ ਕਿਆ ਲਾਇਸਨ ਹੈ। ਬਿਲਕੁਲ ਜੀ। ਔਰ ਭਾਰਤ ਸਰਕਾਰ ਦੇ ਇੱਕ ਡਿਪਲੋਮੈਟ ਨੇ ਕਿਹਾ ਵੀ ਅਸੀਂ 26 ਬੰਦਿਆਂ ਬਾਰੇ ਲਿਖ ਕੇ ਦਿੱਤਾ ਵਾ 3 ਸਾਲ ਤੋਂ, ਵੀ ਇਹਨਾਂ ਬੰਦਿਆਂ ਨੂੰ ਡਿਪੋਰਟ ਕੀਤਾ ਜਾਵੇ, ਇਹਨਾਂ ਤੇ ਇੰਡੀਆ ਵਿੱਚ ਬਹੁਤ ਕ੍ਰਿਮੀਨਲ ਕੇਸ ਚੱਲ ਰਹੇ ਆ ਜੀ, ਔਰ ਕੈਨੇਡਾ ਗੌਰਮੈਂਟ ਡਿਪੋਰਟ ਨਹੀਂ ਕਰ ਰਹੀ। ਔਰ ਕੁਝ ਬੰਦਿਆਂ ਬਾਰੇ ਤਾਂ ਦੱਸਿਆ ਵੀ ਇਹ ਜਾਲੀ ਪਾਸਪੋਰਟ ਤੇ ਗਏ, ਔਰ ਦੱਸਿਆ ਵੀ ਕੈਨੇਡਾ ਗੌਰਮੈਂਟ ਨੂੰ ਵੀ ਇਹ ਜਾਲੀ ਪਾਸਪੋਰਟ ਤੁਸੀਂ ਇਹਨਾਂ ਨੂੰ ਸਿਟੀਜ਼ਨਸ਼ਿਪ ਕਿੱਦਾਂ ਦੇ ਦਿੱਤੀ। ਬਿਲਕੁਲ ਜੀ। ਇਹ ਤਾਂ ਮਤਲਬ ਦੋਹਾਂ ਦਾ ਆਪਸ ਵਿੱਚ। ਲੇਕਿਨ ਜਿਹੜੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ ਟਰੂਡੋ ਦੇ ਹੱਕ 'ਚ ਬੋਲਤੇ ਹੈ, ਪ੍ਰਸ਼ਨ ਇਹ ਹੈ ਵੈਦਰ ਦੇ ਆਰ ਰੀਪ੍ਰਜੈਂਟੇਟਿਵ ਪੀਪਲ ਔਰ ਦੇ ਆਰ ਸਿੰਗਲ ਪੀਪਲ। ਜੀ ਜੀ। ਦੇਖੋ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਕੋਈ ਮੈਂ ਇਕੱਲਾ ਬੰਦਾ ਵੀ ਜੋ ਮਰਜ਼ੀ ਬੋਲੀ ਜਾਵਾਂ, ਲੇਕਿਨ ਮੇਰੇ ਨਾਲ ਕੋਈ ਹੈ ਕਿ ਨਹੀਂ ਹੈ। ਜੀ ਜੀ। ਕਈ ਵਾਰ ਲੱਗਦਾ ਸੋਸ਼ਲ ਮੀਡੀਆ ਤੇ ਸ਼ੋਰ ਸ਼ਰਾਬੇ ਨੂੰ ਸੁਣ ਕੇ ਲੱਗਣ ਲੱਗ ਪੈਂਦਾ ਵੀ ਸ਼ਾਇਦ ਪਬਲਿਕ ਨਾਲ ਆ। ਜੀ ਜੀ ਜੀ। ਜਦ ਕਿ ਪਬਲਿਕ ਨਾਲ ਨਹੀਂ ਹੈ। ਬਿਲਕੁਲ। ਔਰ ਮੇਰਾ ਆਪਣਾ ਇੰਪ੍ਰੈਸ਼ਨ ਇਹ ਆ ਵੀ ਈਵਨ ਕੈਨੇਡਾ 'ਚ ਵੀ ਜਿਹੜੇ ਬੰਦੇ ਐਂਟੀ ਇੰਡੀਆ ਗੱਲ ਕਰ ਰਹੇ ਆ, ਜਿਹਨੇ ਤੁਸੀਂ ਗੱਲ ਕੀਤੀ ਵੀ ਤਿਰੰਗੇ ਝੰਡੇ ਦਾ ਅਪਮਾਨ ਕੀਤਾ, ਉਹ ਇੱਕ ਕਿਸਮ ਦਾ ਕਹਿਣਾ ਚਾਹੀਦਾ ਬਹੁਤ ਅਲਪਮਤ, ਬਹੁਤ ਛੋਟਾ ਅਲਪਮਤ ਹੈ। ਪਿੱਛੇ ਬ੍ਰਿਟਿਸ਼ ਕੋਲੰਬੀਆ ਦੇ ਐਕਸ ਪ੍ਰਾਈਮ ਮਿਨਿਸਟਰ ਆਏ ਸੀਗੇ, ਚੰਡੀਗੜ੍ਹ ਆਏ ਸੀਗੇ, ਤੁਸੀਂ ਪੜ੍ਹਿਆ ਵੀ ਹੋਣਾ, ਆਪਣੇ ਉਜਵਲ ਸਿੰਘ ਦੋਸਾਂਝ। ਉਹ ਦੋਸਾਂਝਾਂ ਦੇ ਰਹਿਣ ਵਾਲੇ, ਸਾਡੇ ਪਿੰਡ ਦੇ ਨਾਲ ਹੀ ਦੋਸਾਂਝਾਂ ਹੈ ਜਿੱਥੇ ਦੇ ਰਹਿਣ ਵਾਲੇ ਆ। ਉਹਨੇ ਬਾਰ-ਬਾਰ ਗੱਲ ਕਹੀ ਵੀ ਬਹੁਤ ਘੱਟ ਗਿਣਤੀ ਦੇ ਲੋਕ ਆ ਜਿਹੜੇ ਰੌਲਾ ਪਾਉਂਦੇ, ਬਿਲਕੁਲ, ਲੇਕਿਨ ਹੋ ਸਕਦਾ ਉਹਨਾਂ ਨੂੰ ਕੈਨੇਡਾ ਗੌਰਮੈਂਟ ਦੀ ਸਪੋਰਟ ਮਿਲੇ। ਜੀ ਮਿਲੇ ਕਿਆ ਹੈ ਕੈਨੇਡਾ ਗੌਰਮੈਂਟ ਦੀ ਸਪੋਰਟ ਇਸ ਵੇਲੇ। ਜੇ ਕੈਨੇਡਾ ਗੌਰਮੈਂਟ ਹੀ ਕੁਛ ਗਰੁੱਪਾਂ ਨੂੰ ਸਪੋਰਟ ਕਰ ਰਹੀ ਆ ਔਰ ਉਹਨਾਂ ਨੂੰ ਪਲੇਟਫਾਰਮ ਪ੍ਰੋਵਾਈਡ ਕਰ ਰਹੀ ਆ, ਤਾਂ ਫਿਰ ਇਹਦਾ ਮਤਲਬ ਕੈਨੇਡਾ ਗੌਰਮੈਂਟ ਇਹ ਸਾਰੇ ਕੇਸ 'ਚ ਮਿਲੀ ਹੋਈ ਆ। ਇਸ ਗੱਲ ਦੀ ਇਨਕੁਆਇਰੀ ਹੋਣੀ ਚਾਹੀਦੀ ਵੀ ਕੈਨੇਡਾ ਗੌਰਮੈਂਟ ਦੀ, ਐਕਚੁਅਲੀ ਭਾਰਤ ਸਰਕਾਰ ਨੂੰ ਇਨਕੁਆਇਰੀ ਕਰਨੀ ਚਾਹੀਦੀ ਬਈ ਕੈਨੇਡਾ ਗੌਰਮੈਂਟ ਦੇ ਜਿਹੜੇ ਡਿਪਲੋਮੈਟ ਸੀਗੇ ਉਹਨਾਂ ਦਾ ਇੰਡੀਆ ਵਿੱਚ ਕਿਆ ਐਕਟੀਵਿਟੀ ਸੀਗੀਆਂ। ਕਈ ਵਾਰ ਹੁੰਦਾ ਨਾ ਇਨੋਸੈਂਟ ਐਕਟੀਵਿਟੀਜ਼ ਹੁੰਦੀਆਂ, ਚਲੋ ਕਈ ਵਾਰ ਇੰਟੈਂਸ਼ਨਲੀ ਤੁਸੀਂ ਕਿਸ ਚੀਜ਼ਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਇੰਡੀਆ ਗੌਰਮੈਂਟ ਨੂੰ ਇਨਕੁਆਇਰੀ ਕਰਨੀ ਚਾਹੀਦੀ ਹੈ। ਜਿਹੜੇ 20 ਬੰਦੇ ਕੱਢੇ, 20 ਜਾਂ 40 ਜਿੰਨੇ ਵੀ ਕੱਢੇ, ਇਹਨਾਂ ਦੀਆਂ ਇੰਡੀਆ 'ਚ ਐਕਟੀਵਿਟੀਜ਼ ਦੀ ਜਾਂਚ ਕਰਨੀ ਚਾਹੀਦੀ। ਔਰ NIA ਨੇ ਕੈਨੇਡਾ 'ਚ ਵੀ ਜਾਂਚ ਕੀਤੀ, ਜਿਹੜਾ ਬੰਦਿਆਂ ਨੇ ਭਾਰਤੀ ਦੂਤਾਵਾਸ ਦੇ ਅੱਗੇ ਪ੍ਰਦਰਸ਼ਨ ਕੀਤੇ, ਔਰ ਉਹਨਾਂ ਬਾਰੇ ਕੁਝ ਬੰਦਿਆਂ ਦੇ ਬਾਰੇ FIR ਦਰਜ ਵੀ ਕੀਤੀ। ਇਸ ਕਰਕੇ ਗੌਰਮੈਂਟ ਨੇ ਇਹਨੂੰ, ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਪ੍ਰੋ ਜਾਂ ਐਂਟੀ, ਗੌਰਮੈਂਟ ਨੇ ਲਾਅ ਦੇ ਅਨੁਸਾਰ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਕੈਨੇਡਾ 'ਚ ਵੀ ਹੁਣ ਤਾਂ ਪਿੱਛੇ ਇੰਡੀਆ ਡਿਪਲੋਮੈਟ ਦੇ ਕੇ ਬਿਆਨ ਆਇਆ ਸੀਗਾ ਬਈ ਹਜੇ ਤੱਕ ਕੈਨੇਡਾ ਗੌਰਮੈਂਟ ਨੇ ਕੋਈ ਐਵੀਡੈਂਸ ਨਹੀਂ ਦਿੱਤਾ ਜੀ। ਔਰ ਇਸੀ ਕਰਕੇ ਕਿਉਂਕਿ ਐਵੀਡੈਂਸ ਹੈ ਨਹੀਂ, ਇਸੀ ਕਰਕੇ ਅਮਰੀਕਾ ਜਾਂ ਸੋ ਕਾਲਡ ਫਾਈਵ ਆਈਜ਼ ਹੈ ਨਾ, ਆਪਣੇ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਨੂੰ ਕਿਹਾ ਜਾਂਦਾ ਕਿ ਵੀ ਆਰ ਫਾਈਵ ਆਈਜ਼ ਔਰ ਅਸੀਂ ਮਿਲ ਕੇ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ। ਤਾਂ ਇਹ ਕਿਹਾ ਗਿਆ ਅਮਰੀਕਾ ਨੇ ਵੀ ਅਸੀਂ ਇਨਫੋਰਮੇਸ਼ਨ ਦਿੱਤੀ ਸੀ ਕੈਨੇਡਾ ਨੂੰ। ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਅਮਰੀਕਾ ਨੇ ਕਿਹਾ ਸੀਗਾ ਤੁਸੀਂ ਆ ਬੋਲੋ। ਬਿਲਕੁਲ ਬਿਲਕੁਲ। ਔਰ ਹੋ ਸਕਦਾ ਅਮਰੀਕਾ ਉਹਨਾਂ ਨੂੰ ਚਾਹੁੰਦਾ ਹੋਵੇ ਵੀ ਕੈਨੇਡਾ ਬੋਲੇ, ਇਸ ਕਰਕੇ ਕੋਈ ਰੋਂਗ ਇਨਫੋਰਮੇਸ਼ਨ ਦੇਤੀ ਹੋਵੇ। ਬਿਲਕੁਲ ਬਿਲਕੁਲ। ਮਤਲਬ ਜੇ ਅਮਰੀਕਾ ਕੈਨੇਡਾ ਨੂੰ ਯੂਜ਼ ਕਰਨਾ ਚਾਹੁੰਦਾ ਤਾਂ ਹੀ ਜਿਹੜਾ ਲੀਡਰ ਆਫ ਆਪੋਜੀਸ਼ਨ ਹੈ ਉਹਦੇ ਪਿੱਛੇ ਉਹਦਾ ਬਿਆਨ ਆਇਆ ਸੀਗਾ ਕੈਨੇਡਾ 'ਚ। ਉਹ ਕਹਿੰਦਾ ਟਰੂਡੋ ਦੀ ਹਾਲਤ ਇਹ ਹੋ ਗਈ ਵੀ ਬਾਈਡਨ ਦੇ ਮਗਰ ਲੈ ਲਿਆਂਗਰ ਘੁੰਮ ਰਿਹਾ, ਵੀ ਆਪਣੀ ਆਈਡੈਂਟਿਟੀ ਰਹੀ ਕੋਈ ਨਹੀਂ। ਹੋ ਸਕਦਾ ਅਮਰੀਕਾ ਉਹਨੂੰ ਯੂਜ਼ ਕਰ ਰਿਹਾ ਹੋਵੇ ਔਰ ਹੋ ਸਕਦਾ ਉਹ ਯੂਜ਼ ਹੋ ਰਿਹਾ ਹੋਵੇ। ਲੇਕਿਨ ਵੱਡੀ ਗੱਲ ਇਹ ਮੇਰਾ ਕਹਿਣ ਦਾ ਭਾਵ ਵੀ ਜਿਹੜੇ ਬੰਦੇ ਇਸ ਕੰਮ 'ਚ ਲੱਗੇ ਹੋਏ ਆ ਦੇ ਆਰ ਮਾਈਕਰੋਸਕੋਪਿਕ ਮਾਈਨੋਰਿਟੀ, ਬੰਦੇ ਬਹੁਤ ਘੱਟ ਆ। ਲੇਕਿਨ ਕੈਨੇਡਾ 'ਚ ਇੱਕ ਹੋਰ, ਅਮਰੀਕਾ 'ਚ ਵੀ ਇੱਕ ਹੋਰ ਸਮੱਸਿਆ, ਉੱਥੇ ਗੈਂਗਸ ਹੈ, ਸਪੈਨਿਸ਼ ਗੈਂਗ, ਇਟਾਲੀਅਨ ਗੈਂਗ, ਇਹਨਾਂ ਦੀ ਬੜੀ ਦਹਿਸ਼ਤ ਰਹਿੰਦੀ। ਐਕਚੁਅਲੀ ਇਟਾਲੀਅਨ ਔਰ ਸਪੈਨਿਸ਼ ਗੈਂਗ ਅਮਰੀਕਾ 'ਚ ਵੀ ਕੈਨੇਡਾ 'ਚ ਵੀ ਗੁੰਡਾਗਰਦੀ 'ਚ ਬਹੁਤ ਅੱਗੇ ਮੰਨੇ ਜਾਂਦੇ। ਅੱਜ ਤੱਕ ਇਹ ਸੀਗਾ ਵੀ ਇੰਡੀਅਨ ਗੈਂਗਸ ਨਹੀਂ ਸੀਗੇ ਔਰ ਇੰਡੀਅਨਸ ਦਾ ਇਮੇਜ ਬਹੁਤ ਅੱਛਾ ਸੀਗਾ। ਵੀ ਕੁਛ ਬੰਦਿਆਂ ਨੇ ਇਮੇਜ ਟਾਰਨਿਸ਼ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਪਿੱਛੇ ਬੰਦਾ ਫੜਿਆ ਗਿਆ ਜਿਹਦੇ ਕੋਲ 40 ਕਿਲੋ ਫੀਮ ਪਤਾ ਨਹੀਂ ਚਿੱਟਾ ਮਿਲਿਆ ਸੀਗਾ, ਕਿਆ ਮਿਲਿਆ ਸੀਗਾ, ਉਹ ਸਾਡੇ ਪੰਜਾਬ ਦਾ ਹੀ ਸੀਗਾ। ਉਹਦੇ ਨਾਲ ਪੰਜਾਬ ਦਾ ਇਮੇਜ ਟਾਰਨਿਸ਼ ਹੋ ਰਿਹਾ ਔਰ ਉਹਦੇ ਨਾਲ ਆਮ ਜਿਹੜਾ ਵਿਚਾਰਾ ਪੰਜਾਬੀ ਉੱਥੇ ਮਿਹਨਤ ਕਰਦਾ ਔਰ ਜਿਹੜਾ ਉੱਥੇ ਦਾ ਸਿਟੀਜ਼ਨ ਬਣ ਗਿਆ, ਉਹਨੂੰ ਆਪਣਾ ਘਰ ਸਮਝਦਾ, ਉਹਨਾਂ ਦਾ ਇਮੇਜ ਇਹ ਗੈਂਗ ਟਾਰਨਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਔਰ ਬਦਕਿਸਮਤੀ ਨਾਲ ਕੈਨੇਡਾ ਗੌਰਮੈਂਟ ਗੈਂਗਸ ਨੂੰ ਸ਼ਹਿ ਦੇ ਰਹੀ ਹੈ। ਸਿਰਫ ਪੰਜਾਬ ਦੇ ਗੈਂਗਸ ਨੂੰ ਨਹੀਂ, ਉਹ ਕੋਡ ਟੈਰਰ ਵਾਲੇ ਤਾਂ 50 ਗੈਂਗਸ ਦਾ ਜ਼ਿਕਰ ਕੀਤਾ ਵਾ, ਹਮਾਸ ਦੇ ਗੈਂਗਸ ਨੂੰ ਵੀ ਦੇ ਰਹੀ ਸ਼ਹਿ, ਦੂਸਰੇ ਗੈਂਗਸ ਨੂੰ ਵੀ ਸ਼ਹਿ ਦੇ ਰਹੀ ਹੈ। ਅਤੇ ਇਸ ਕਰਕੇ ਕੈਨੇਡਾ ਦਾ, ਜੇ ਕੈਨੇਡਾ ਇਸ ਰਸਤੇ 'ਤੇ ਚੱਲਦਾ ਰਿਹਾ ਤਾਂ ਕੈਨੇਡਾ ਦਾ ਨੁਕਸਾਨ ਹੋ ਸਕਦਾ ਜੀ। ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਕਿੱਦਾਂ ਦਾ ਤੁਸੀਂ ਦੇਖ ਰਹੇ ਹੋ ਭਾਰਤ ਦਾ? ਮੈਂ ਖਾਸ ਕਰ ਜੇ ਭਾਰਤ ਦੀ ਮੈਂ ਸਮਝਦਾ, ਦੇਖੋ ਭਾਰਤ ਨੇ ਦੋ ਗੱਲਾਂ ਪਿਛਲੇ ਇੱਕ ਦਸ਼ਕ ਤੋਂ ਪਹਿਚਾਣੀਆਂ, ਇੱਕ ਦਹਾਕੇ ਤੋਂ ਪਹਿਚਾਣੀਆਂ।
ਇੱਕ ਤਾਂ ਜਿਹੜਾ ਮੈਂ ਜਿੱਦਾਂ ਕਿਹਾ ਵੀ ਆਪਣੇ ਵਿਰਸੇ ਨੂੰ ਓਨ ਕਰਨਾ ਜੀ ਇੱਕ ਦੁਬਾਰਾ ਸਨਾਤਨ ਯਾਤਰਾ ਦਾ ਹਿੱਸਾ ਬਣਨਾ ਯਾਤਰਾ ਤਾਂ ਚੱਲਿਓ ਸੀਗੇ ਅਸੀਂ ਵਿੱਚ ਹੀ ਸੀਗੇ ਲੇਕਿਨ ਅਸੀਂ ਯਾਤਰਾ ਦੇ ਪਹਿਲੇ ਹਿੱਸੇ ਨੂੰ ਡਿਸਓਨ ਕਰ ਰਹੇ ਸੀਗੇ ਉਹਨੂੰ ਓਨ ਕਰ ਲਿਆ ਔਰ ਦੂਸਰਾ ਭਾਰਤ ਨੇ ਖੁਦ ਇਹ ਫੈਸਲਾ ਕਰ ਲਿਆ ਵੀ ਅਸੀਂ ਵਰਲਡ ਦੀ ਪੋਲਿਟਿਕਸ ਵਿੱਚ ਆਪਣਾ ਸਪੇਸ ਤਲਾਸ਼ ਕਰਨਾ ਆਪਣਾ ਰੋਲ ਤਲਾਸ਼ ਕਰਨਾ ਔਰ ਅਸੀਂ ਏਜੰਡਾ ਸੈਟਰ ਬਣਨ ਦੀ ਕੋਸ਼ਿਸ਼ ਕਰਨੀ ਫਾਲੋਅਰ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਮੈਨੂੰ ਲੱਗਦਾ ਭਾਰਤ ਇਸ ਰਸਤੇ 'ਤੇ ਠੀਕ ਚੱਲਿਆ ਵਾ ਔਰ ਆਉਣ ਵਾਲਾ ਭਵਿੱਖ ਜਿਹੜਾ ਭਾਰਤ ਦਾ ਹੈ ਉਹ ਬੜਾ ਉਜਵਲ ਹੈ ਜੀ ਬਹੁਤ ਬਹੁਤ ਧੰਨਵਾਦ